सतनाम। धन वाहिगुरु साहिब जी। आसा फील रबाबी बल्ध पखावज कौआ ताल बजावे पहर चोल न गदहा नाचै ऐसा भगत करावे फील रबाबी बल्द पखावज कौआ ताल बजावे पहर चोल न गदहा नाचै ऐसा भगत करावे। राजा राम ककरी आमरे पकाए किन्है भोजन हारै खाए। राजा राम ककरियाँ बरे पकाए किन्है भोजन हारै खाए। रहाओ बैठ सिंह घर पान लगावे ईस गलोरे लियावे कर कर मुसरी मंगल गावह कछुआ शंख बजावे। वंश को पूत ब्याहन चलिया सोयने मंडप छाए रूप कन्या सुंदर बेधी ससै सिंह गुण गाए। रूप कन्या सुंदर बेधी ससै सिंह गुण गाए। कहत कबीर सुनो रे संतो कीटी पर्वत खाया कछुआ कह अंगार भेलोरो लोकी शब्द सुनाया। कहत कबीर सुनो रे संतो कीटी पर्वत खाया कछुआ कह अंगार भेलोरो लोकी शब्द सुनाया। वाहिगुरु जी का खालसा वाहिगुरु जी की फतेह। धन धन साहिब श्री गुरु ग्रंथ साहब महाराज जी की पावन पवित्र पाक हजूरी दे विच जुड़ बैठे सतसंगी जनों, सतगुरां ने कृपा की भगतां दी बाणी नूं विचारन दा सुभाग समा प्राप्त होया है।
ਭਗਤਾਂ ਨੇ ਮਨੁੱਖੀ ਮਨ ਦੀ ਜੋ ਬਿਰਤੀ ਹੈ ਉਸ ਦੀ ਵਿਚਾਰ ਸ਼ਬਦ ਦੇ ਰਾਹੀਂ ਸਾਡੇ ਸਮਕਸ਼ ਰੱਖੀ ਹੈ। ਕਿਉਂਕਿ ਜੋ ਮਨੁੱਖੀ ਸੁਭਾਅ ਹੈ ਉਸ ਸੁਭਾਅ ਦੇ ਉੱਤੇ ਸੰਗਤ ਦਾ ਜੋ ਹੈ ਅਸਰ ਹੁੰਦਾ ਹੈ। ਜਿਸ ਤਰ੍ਹਾਂ ਦੀ ਕੋਈ ਸੰਗਤ ਕਰਦਾ ਹੈ ਮਨੁੱਖੀ ਸੁਭਾਅ ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਕੁਝ ਪਸ਼ੂਆਂ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਦੇ ਮੰਦੇ ਸੁਭਾਅ ਨੂੰ ਦੱਸਿਆ ਕਿ ਕਿਵੇਂ ਚੰਗੇ ਸੁਭਾਅ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਕਬੀਰ ਸਾਹਿਬ ਜੀ ਇਹ ਸਮਝਾਉਣਾ ਚਾਹੁੰਦੇ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਕਿ ਮਨੁੱਖ ਆਪਣੇ ਸੁਭਾਅ ਨੂੰ ਚਾਹੇ ਤਾਂ ਬਦਲ ਸਕਦਾ ਹੈ, ਚੇਂਜ ਕਰ ਸਕਦਾ ਹੈ। ਪਰ ਇਹ ਸੁਭਾਅ ਸਾਡਾ ਕਿਵੇਂ ਚੇਂਜ ਹੋਵੇ, ਸੋ ਆਓ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਇਹ ਪਾਵਨ ਸ਼ਬਦ 477 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚ ਦਰਜ ਹੈ। ਮਨੋਬਿਰਤੀਆਂ ਇਕਾਗਰ ਕਰੋ ਜੀ, ਪ੍ਰੇਮ ਸਹਿਤ ਗੁਰਮੰਤਰ ਦੀ ਸਾਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ, ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਰਾਹੀਂ ਆਖ ਰਹੇ ਨੇ, ਰਾਜਾ ਰਾਮ ਕਕਰੀ ਆਵਰੇ ਪਕਾਏ, ਕਿਨਹਿ ਬੂਝਨ ਹਾਰੇ ਖਾਏ ਰਹਾਓ। ਇਹ ਜਿਹੜਾ ਪਾਵਨ ਸ਼ਬਦ ਹੈ, ਇਸ ਸ਼ਬਦ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਬੋਧਨ ਕੀਤਾ ਗਿਆ ਰਾਜਾ ਰਾਮ ਆ ਕੇ। ਭਾਵ ਕਿ ਇਹ ਅੱਖਰ ਰਾਮ ਚੰਦਰ ਜੀ ਲਈ ਨਹੀਂ ਵਰਤਿਆ। ਰਾਜਾ ਦਾ ਅਰਥ ਹੁੰਦਾ ਸੁੰਦਰ, ਰਾਜਾ ਦਾ ਅਰਥ ਹੁੰਦਾ ਪਿਆਰਾ। ਜਿਵੇਂ ਅਸੀਂ ਆਮ ਘਰਾਂ ਵਿੱਚ ਵੇਖਦੇ ਨੇ ਕਿ ਮੇਰਾ ਰਾਜਾ ਪੁੱਤ, ਉਹਦਾ ਅਰਥ ਹੈ ਵੀ ਸੁੰਦਰ ਪੁੱਤਰ। ਮੇਰਾ ਰਾਜਾ ਲਾਲ, ਰਾਜਾ ਬੇਟਾ, ਇਸ ਤਰ੍ਹਾਂ ਬਹੁਤ ਸਾਰੀ ਵਾਰੀ ਅਸੀਂ ਅੱਖਰ ਵਰਤਦੇ ਹਾਂ। ਅਤੇ ਇਸ ਕਰਕੇ ਇਹ ਗੱਲ ਵਿਚਾਰ ਲੈਣੀ ਚਾਹੀਦੀ ਹੈ ਕਿ ਜਿੱਥੇ ਰਾਮ ਅੱਖਰ ਦੇ ਅੱਗੇ ਰਾਜਾ ਲੱਗਿਆ ਹੋਇਆ ਅਤੇ ਉਹਦਾ ਅਰਥ ਰਾਮਚੰਦ ਜੀ ਬਾਰੇ ਨਹੀਂ। ਇੱਥੇ ਰਾਜਾ ਦਾ ਅਰਥ ਕਰਾਂਗੇ ਸੋਹਣਾ। ਰਾਮ ਦਾ ਅਰਥ ਹੁੰਦਾ ਰਮਿਆ ਹੋਇਆ। ਭਗਤ ਕਬੀਰ ਸਾਹਿਬ ਜੀ ਆਖਣ ਲੱਗੇ, ਕਹਿੰਦੇ ਹੇ ਮੇਰੇ ਸੋਹਣੇ ਰਾਮ, ਹੇ ਮੇਰੇ ਪ੍ਰਭੂ, ਕਹਿੰਦੇ ਨੇ ਕਕਰੀ ਆਵਰੇ ਪਕਾਏ। ਵੈਸੇ ਜਿਹੜੀ ਜਦੋਂ ਗੁਰਬਾਣੀ ਨੂੰ ਪਸਚੇਦ ਰੂਪ ਵਿੱਚ ਕੀਤਾ ਗਿਆ ਲੜੀਵਾਰ ਸਰੂਪਾਂ ਤੋਂ, ਤਾਂ ਉਸ ਵੇਲੇ ਇਹ ਜਿਹੜੀ ਪੰਕਤੀ ਹੈ ਇਹ ਕਕਰੀਆਂ ਚਲਦੀ ਆ ਰਹੀ ਹੈ ਅਤੇ ਵਰੇ ਅੱਖਰ ਦਾ ਕੋਈ ਅਰਥ ਨਹੀਂ ਬਣਦਾ। ਜੇ ਇਕੱਲਾ ਵਰੇ ਅੱਖਰ ਨੂੰ ਰੱਖੀਏ ਤਾਂ ਉਹਦਾ ਕੋਈ ਅਰਥ ਨਹੀਂ ਬਣ ਰਿਹਾ। ਇਸ ਕਰਕੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਵਿਚਾਰ ਇਸ ਦੀ ਖੋਲ੍ਹ ਕੇ ਦੱਸੀ ਹੈ ਕਿ ਇਹ ਕਕਰੀ ਦਾ ਅਰਥ ਹੁੰਦਾ ਅੱਖਾਂ ਦੀਆਂ ਖੱਖੜੀਆਂ ਜਿਹੜੀਆਂ ਹੁੰਦੀਆਂ। ਤੈਨੂੰ ਪੜ੍ਹਾਂਗੇ ਕਕਰੀ ਆਵਰੇ ਪਕਾਏ। ਆਵਰੇ ਦਾ ਅਰਥ ਹੁੰਦਾ ਅੰਬ, ਪਕਾਏ ਦਾ ਅਰਥ ਹੈ ਪੱਕੇ ਅੰਬ। ਕਬੀਰ ਸਾਹਿਬ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ
ਔਰ ਇੱਥੇ ਸਮਝਾਉਣ ਲੱਗੇ, ਦੇਖਣ ਨੂੰ ਜਿਹੜੀ ਖੱਖੜੀਆਂ ਹੁੰਦੀਆਂ ਨੇ ਅੱਕਾਂ ਦੇ ਉੱਤੇ ਲੱਗੀਆਂ ਹੋਈਆਂ, ਅਤੇ ਅੰਬ ਜਿਹੜੇ ਨੇ ਉਹ ਇੱਕੋ ਜਿਹੇ ਲੱਗਦੇ ਹਨ। ਦੇਖਣ ਨੂੰ ਦੋਵੇਂ ਇੱਕੋ ਜਿਹੇ ਨੇ, ਪਰ ਜਿਹੜੀਆਂ ਖੱਖੜੀਆਂ ਨੇ ਉਹ ਕੌੜੀਆਂ ਹੁੰਦੀਆਂ, ਜਿਹੜਾ ਅੰਬ ਹੈ ਪੱਕਾ ਹੋਇਆ ਉਹ ਮਿੱਠਾ ਹੁੰਦਾ। ਇੱਥੇ ਪਾਓ ਕਿ ਇੱਕ ਉਦਾਹਰਨ ਲਈ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਉਣ ਵਾਸਤੇ, ਇਹ ਗੱਲ ਦਰਸਾਉਣ ਵਾਸਤੇ ਕਿ ਜਿਹੜੀ ਬਿਰਤੀ ਸੀ, ਜਿਹੜਾ ਸੁਭਾਅ ਸੀ, ਉਹ ਖੱਖੜੀਆਂ ਵਰਗਾ ਕੌੜਾ ਸੀ। ਪਰ ਹੁਣ ਉਸ ਪ੍ਰਭੂ ਦੀ ਸੰਗਤ ਨਾਲ ਜੁੜ ਕੇ, ਪ੍ਰਭੂ ਦੇ ਨਾਮ ਨਾਲ ਜੁੜ ਕੇ, ਵਾਹਿਗੁਰੂ ਦੀ ਜੀ ਸੁਰਤ ਸਲਾਹ ਵਿੱਚ ਜੁੜ ਕੇ ਮੇਰਾ ਜਿਹੜਾ ਇਹ ਸੁਭਾਅ ਸੀ, ਭਗਤ ਕਬੀਰ ਸਾਹਿਬ ਕਹਿੰਦੇ ਹੁਣ ਆਮਰੇ ਪਕਾਏ ਪਾਓ ਕਿ ਪੱਕੇ ਅੰਬ ਵਰਗਾ ਮਿੱਠਾ ਸੁਭਾਅ ਬਣ ਗਿਆ। ਜਿਹੜਾ ਪਹਿਲਾਂ ਕੌੜਾ ਸੁਭਾਅ ਸੀ, ਜਿਹੜੀ ਮੇਰੀ ਆਦਤ ਕੌੜੀ ਸੀ, ਮਾੜੀ ਆਦਤ ਸੀ, ਭੈੜੀ ਆਦਤ ਸੀ, ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਜਿਹੜੀ ਆਦਤ ਸੀ ਉਹ ਮੇਰੀ ਚੇਂਜ ਹੋ ਗਈ। ਪਰ ਨਾਲ ਕਹਿਣ ਲੱਗੇ, ਕਹਿੰਦੇ ਕਿਨ ਹੈ ਬੂਝਨ ਹਾਰੈ ਖਾਏ। ਪਰ ਕਹਿੰਦੇ ਇਹ ਜਿਹੜਾ ਰਸ ਹੈ ਪੱਕੇ ਹੋਏ ਅੰਬਾਂ ਵਾਲਾ, ਇਹ ਖਾਧਾ ਕਿਸੇ ਵਿਰਲੇ ਵਿਚਾਰਵਾਨ ਮਨੁੱਖ ਨਹੀਂ ਹੈ। ਨਹੀਂ ਤਾਂ ਸੰਸਾਰ ਦੇ ਵਿੱਚ ਕੌੜਾ ਸੁਭਾਅ ਹੀ ਮਨੁੱਖ ਅਪਣਾ ਕੇ ਰੱਖਦਾ ਹੈ, ਅਤੇ ਚੰਗੇ ਸੁਭਾਅ ਤੋਂ, ਮਿੱਠੇ ਸੁਭਾਅ ਤੋਂ, ਨਿੱਘੇ ਸੁਭਾਅ ਤੋਂ ਮਨੁੱਖ ਆਪਣੇ ਆਪ ਨੂੰ ਦੂਰ ਰੱਖਦਾ ਹੈ। ਇਹ ਮਨੁੱਖੀ ਆਦਤ ਹੈ। ਗੱਲ ਕਦੋਂ ਪਤਾ ਲੱਗਦੀ ਹੈ ਵੀ ਸੁਭਾਅ ਕਿੱਦਾਂ ਦਾ ਹੈ? ਜਦੋਂ ਅਸੀਂ ਕਿਸੇ ਨੂੰ ਵਰਤਦੇ ਹਾਂ। ਜਦ ਤੱਕ ਕਿਸੇ ਨੂੰ ਵਰਤੀਏ ਨਾ, ਕਿਸੇ ਦੀ ਸੰਗਤ ਨਾ ਕਰੀਏ, ਕਿਸੇ ਕੋਲ ਬੈਠੀਏ ਨਾ, ਉਨਾ ਚਿਰ ਉਸ ਦਾ ਸੁਭਾਅ ਸਾਨੂੰ ਸਮਝ ਨਹੀਂ ਆਉਂਦਾ। ਉਦਾਹਰਨ ਵਜੋਂ ਇਹ ਗੱਲਾਂ ਦੱਸੀਆਂ ਕਬੀਰ ਸਾਹਿਬ ਨੇ, ਜਿਵੇਂ ਖੱਖੜੀਆਂ ਅਤੇ ਅੰਬ ਜਿਹੜੇ ਨੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਪਰ ਜਦੋਂ ਕੋਈ ਖਾ ਕੇ ਵੇਖਦਾ, ਸਵਾਦ ਕਰਕੇ ਵੇਖਦਾ, ਟੈਸਟ ਕਰਦਾ, ਅਤੇ ਜਿਹੜੀਆਂ ਖੱਖੜੀਆਂ ਨੇ ਉਹ ਕੌੜੀਆਂ ਨੇ, ਅਤੇ ਪੱਕੇ ਹੋਏ ਅੰਬ ਜਿਹੜੇ ਨੇ ਉਹ ਮਿੱਠੇ ਨੇ। ਪਰ ਵੇਖਣ ਨੂੰ ਉਹ ਖੱਖੜੀਆਂ ਲੱਗਦੀਆਂ ਅੰਬਾਂ ਵਰਗੀਆਂ ਨੇ। ਆਖਣ ਲੱਗੇ, ਤਿਵੇਂ ਹੀ ਮਨ ਪਹਿਲਾਂ ਸਾਰੇ ਕੰਮ ਦਿਖਾਵੇ ਵਾਲੇ ਕਰਦਾ ਸੀ। ਜਿਵੇਂ ਕਿ ਖੱਖੜੀਆਂ ਦੇਖਣ ਨੂੰ ਅੰਬਾਂ ਵਰਗੀਆਂ ਲੱਗਦੀਆਂ, ਪਹਿਲਾਂ ਸਾਰੇ ਕੰਮ ਕਹਿੰਦੇ ਨੇ ਮਨ ਦੇ ਉੱਦਾਂ ਦੇ ਸੀ, ਵਿਖਾਵੇ ਵਾਲੇ, ਅਤੇ ਦੇਖਣ ਨੂੰ ਧਾਰਮਿਕ ਲੱਗਦਾ ਸੀ। ਜੀ ਬੜਾ ਧਾਰਮਿਕ ਹੈ, ਧਰਮ ਦਾ ਬੜਾ ਗਿਆਨ ਹੈ, ਧਰਮ ਦੀ ਬੜੀ ਸੋਝੀ ਹੈ, ਕਿਉਂਕਿ ਧਾਰਮਿਕ ਕਰਮ ਜੋ ਕਰ ਰਿਹਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਹੁਣ ਸਿਰਜਣਹਾਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ। ਹੁਣ ਤਾਂ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਹੈ ਕਿ ਜਿਵੇਂ ਸੱਚਮੁੱਚ ਪੱਕੇ ਹੋਏ ਅੰਬ ਹੁੰਦੇ ਹਨ। ਪਾਓ ਮਨ ਵਿੱਚ ਜਿਹੜਾ ਸਵਾਦ ਹੈ ਅਤੇ ਮਿਠਾਸ ਹੈ, ਅਤੇ ਇਹ ਅਸਲੀਅਤ ਨੂੰ ਹੁਣ ਸਮਝ ਗਿਆ ਹੈ। ਮਨ ਵਿੱਚ ਮਿਠਾਸ ਆ ਗਈ, ਅੰਦਰ ਸਵਾਦ ਪੈਦਾ ਹੋ ਗਿਆ, ਅਸਲੀਅਤ ਦੀ ਸਮਝ ਆ ਗਈ। ਕਹਿੰਦੇ ਇਹ ਸਵਾਦ ਜਿਹੜਾ ਹੈ ਇਹ ਵਿਰਲੇ ਭਾਗਾਂ ਵਾਲੇ ਜਿਹੜੇ ਮਨੁੱਖਾਂ ਨੂੰ, ਬੰਦਿਆਂ ਨੂੰ ਪ੍ਰਾਪਤ ਹੁੰਦਾ ਹੈ, ਇਹ ਸਾਰੇ ਪ੍ਰਾਪਤ ਨਹੀਂ ਕਰ ਸਕਦੇ। ਕਿਉਂਕਿ ਜਿੰਨਾ ਚਿਰ ਅਸੀਂ ਸੱਚ ਦੀ ਸੰਗਤ ਤੋਂ ਟੁੱਟੇ ਰਹਿੰਦੇ ਹਾਂ, ਗੁਰੂ ਦੀ ਸੰਗਤ ਤੋਂ, ਗੁਰੂ ਸ਼ਬਦ ਤੋਂ ਦੂਰ ਰਹਿੰਦੇ ਹਾਂ, ਉਨਾ ਚਿਰ ਸਾਨੂੰ ਅਸਲ ਵਿੱਚ ਸੁਭਾਅ ਦਾ ਪਤਾ ਹੀ ਨਹੀਂ ਚੱਲਦਾ, ਅਸਲੀਅਤ ਦਾ ਪਤਾ ਹੀ ਨਹੀਂ ਚੱਲਦਾ। ਗੁਰਬਾਣੀ ਵਿੱਚ ਇਸ ਕਰਕੇ ਕਈ ਥਾਂ 'ਤੇ ਸਤਿਗੁਰ ਨੇ ਲਿਖਿਆ, ਕਹਿੰਦੇ ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਨਣਾ ਵਗ ਵਪੜਾ ਤਾਂ ਜਨਮ ਨਾ ਦੇਂਦੀ ਅੰਗ। ਦੇਖੋ, ਲਿਬਾਸ ਦੇ ਨਾਲ, ਆਰੀ ਭੇਖ ਦੇ ਨਾਲ ਮਨੁੱਖ ਕਈ ਵਾਰੀ ਜਾਪਦਾ ਹੈ ਕਿ ਇਹ ਸੰਤ ਹੈ, ਗੁਰਮੁਖ ਹੈ, ਕਿਉਂਕਿ ਇਸ ਦੇ ਕੋਲ ਧਰਮੀ ਲਿਬਾਸ ਹੈ।
पर लिबास के पिछे खखड़ियां वर्गा सुभाव भी हो सकता है, माड़ा सुभाव भी हो सकता है। इस करके गुरमत कहती है कि लिबास नालों उस मनुख की बिरती की है, इसनूं देखा जाए। क्योंकि बग्गा बग्गे कपड़े तीरथ मंज वसन, घुट घुट जियां खावने बग्गे ना कहियां। क्योंकि शब्द दे विच संगत की गल की जा रही है कि जिहड़ी माड़ी संगत है वो मनुख के जीवन विच माड़ा प्रभाव पाती है। माड़ी संगत जिहड़ी वो विखावे दे कर्म करन वास्ते मजबूर करती है। तो जिहड़ी चंगी संगत है जदों उसदे कोल असीं चले जाते हाँ तो चंगी संगत जिहड़ी सानूं जीवन विच स्वाद मिठास असलियत की जानकारी देंदी है। पर यह चंगी संगत विच जाके समझ आउंदी है। इस करके प्यार वालों गुरबाणी दे विच हर एक सिख नूं यह गल समझाई गई कि अपने जीवन विच एक एक कदम ध्यान नाल विचार के पुटी ते चंगी संगत च बैठी। क्योंकि उत्तम संगत उत्तम होवे, गुण को धावे अवगुण होवे। चंगी संगत सानू चंगा बना देंदी है। और कोई दोहराए नहीं, कबीर साकत संग न कीजिए, दूरों जाइए भाग, बासन कारो परसिए तां कछ लागै दाग। सागत की संगत सानू साकत भी बना देगी ते चंगी संगत सानू चंगा बनाएगी। पर संगत असी परख के करिए। इस करके दास कई बारी बेनती करता है, पहले ही बेनती करता चला। अज जदों असी देखते हाँ सिख की जिहड़ी संगत है वो अज शब्द वाली संगत नहीं। ये सिख अज कोई कहता है मैं रतवाड़े वाली संगत नाल जुड़िया होया, कोई कहता है मैं राड़ा साहब वाली संगत नाल जुड़िया होया, कोई कहता मैं नानकसर ठाट वाली संगत नाल जुड़िया होया, कोई कहता फलाने वेदी संगत नाल जुड़िया होया, कोई कहता मैं दोदड़े वाली संगत नाल जुड़िया होया। असी गुरु शब्द की संगत तो टुट गए। और वो दिन दूर नहीं जदों यही बिरती दे नाल असी काम करते रहांगे तो साडा हाल भी वही होना है जो सुन्नी ते स्यादा है। जो बाकी ईसाई धर्म दे विच जिवें दो तरह दीयां मस्जिदां ने, चर्चा ने, उन्हां विच भी दो चलदे ने। मुसलमानां विच भी दो फिरके बड़े महान ने, सुन्नी ते सिया। ते वो दिन दूर नहीं जिस दिन साडे सिख धर्म विच ये सारा कुछ आ जाना। हाल तो आ चुके है, जे किते कोई कसर रह गई तो असीं छड्डनी कोई नहीं, असीं जिस पासे तुरे होए हैं। फिर जदों अमृत की गल करते हैं तो जथेबंदी की गल करते हैं, जथे की गल करते हैं तो वह कहता मैं मिसनरी जथे दा, कोई कहता मैं टकसाली जथे दा, कोई कहता मैं अखंड कीर्तनी जथे दा। तो नज़र नहीं आता भी गुरु के जथे का भी कोई, गुरु ग्रंथ साहब जी के जथे का भी है कोई। और 10वें पातशाह ने गल आखी सी भी आज्ञा पही अकाल की तवह चलायो पंथ, सब सिखन को हुक्म है गुरु मानियो ग्रंथ। हुण गुरु ग्रंथ किथे गया? सिख तो शब्द का पुजारी है, सिख शब्द नाल जुड़े जथे सत्कारयोग हो सकते हैं। कॉलेज जिथों विद्या कोई प्राप्त करता सत्कारयोग हो सकते हैं। पर असी शब्द के सिख बनीए, जथे के सिख नहीं। असी धड़ेबंदी के सिख नहीं। सिख नूं केवल गुरु शब्द का सिख बनना चाहिए। मैनूं कोई पुछदा तुसीं किहड़े जथे नूं मनदे हो? मिसनरियां मनदे हो, टकसालियां मनदे हो, बाबियां मनदे हो? मैं कहना मैं गुरु ग्रंथ साहब जी का अदना जिहा सेवक हाँ, सिख हाँ। मैं किसी का सिख नहीं, मैं गुरु ग्रंथ साहब का सिख हाँ। मैं मिसनरियां सिख नहीं, मैं टकसालियां का सिख नहीं, मैं अखंड कीर्तनियां वाला सिख नहीं। मैं सिख हाँ गुरु ग्रंथ साहब जी वाला। अमृत केड़ा छकिया है? टकसालियां वाला, मिसनियां वाला, अखंड कीर्तन जथे वाला। अज देखो कित्थे प्रॉब्लम है। इसका अर्थ है जे ये संगत भी आप कर रहे हाँ और शब्द नालों टुटते जा रहे हाँ तो साडे जीवन विच एक दूजे प्रति कुड़तन पैदा हो रही है।
ਅਸੀਂ ਫਿਰ ਵਿਖਾਵੇ ਦੀ ਜ਼ਿੰਦਗੀ ਜੀ ਰਹੇ ਹਾਂ, ਖਖੜੀਆਂ ਦੇ ਵਾਂਗ। ਸਾਡੇ ਅੰਦਰ ਪੱਕੇ ਹੋਏ ਅੰਬ ਵਰਗਾ ਸਵਾਦ ਨਹੀਂ, ਉਹ ਮਿਠਾਸ ਨਹੀਂ, ਉਹ ਅਸਲੀਅਤ ਨਹੀਂ। ਕਿਉਂਕਿ ਉਹ ਸਵਾਦ ਤਾਂ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਆਉਣਾ, ਗੁਰੂ ਦੀ ਬਾਣੀ ਨਾਲ ਜੁੜ ਕੇ ਆਉਣਾ। ਜਿਸ ਸਵਾਦ ਤੋਂ ਅੱਜ ਸਿੱਖ ਵਾਂਝਾ ਹੁੰਦਾ ਜਾ ਰਿਹਾ, ਜਿਸ ਸਵਾਦ ਤੋਂ ਅੱਜ ਸਿੱਖ ਦੂਰ ਜਾ ਰਿਹਾ ਹੈ। ਜੇ ਆਪਣੇ ਸੁਭਾਅ ਨੂੰ ਗੁਰੂ ਦੇ ਸੁਭਾਅ ਨਾਲ ਮਿਲਾਣਾ ਹੈ ਤਾਂ ਪਿਆਰ ਵਾਲਿਓ, ਸੱਚ ਜਾਣਨਾ, ਅੱਜ ਸਾਨੂੰ ਸਾਰਿਆਂ ਨੂੰ ਸ਼ਬਦ ਨਾਲ ਜੁੜਨਾ ਪਏਗਾ। ਸ਼ਬਦ ਨੂੰ ਬੁੱਝਣਾ ਪਏਗਾ, ਸ਼ਬਦ ਦੀ ਵਿਚਾਰ ਕਰਨੀ ਪਏਗੀ। ਸ਼ਬਦ ਕੀ ਕਹਿ ਰਿਹਾ ਹੈ, ਸ਼ਬਦ ਕੀ ਸਮਝਾ ਰਿਹਾ ਹੈ। ਸ਼ਬਦ ਦੀ ਸੰਗਤ ਵਿੱਚ ਰਹਿਆਂ ਸਾਡੇ ਜੀਵਨ ਨੂੰ ਬਦਲਣ ਦਾ ਸਾਨੂੰ ਸੁਭਾਗ ਮਿਲੇਗਾ। ਸ਼ਬਦ ਇੱਕ ਚੰਗੇ ਸੁਭਾਅ ਨੂੰ ਘੜ ਕੇ ਸਾਡੇ ਸਾਹਮਣੇ ਪੇਸ਼ ਕਰੇਗਾ ਜੇ ਸ਼ਬਦ ਨਾਲ ਜੁੜਾਂਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਿ ਰਾਜਾ ਰਾਮ ਕਕਰੀ ਆਵਰੇ ਪਕਾਏ, ਕਿਨਹਿ ਬੁਝਨ ਹਾਰੇ ਖਾਏ। ਵੈਸੇ ਆਮ ਪਾਠ ਰਾਜਾ ਰਾਮ ਕਕਰੀਆਂ ਬੋਲਿਆ ਜਾਂਦਾ, ਪਰ ਇਹ ਜਦੋਂ ਪਛੇਦ ਬੀੜਾ ਹੋਈਆਂ ਨੇ, ਵਿਦਵਾਨ ਕਹਿੰਦੇ ਉਸ ਵੇਲੇ ਇਕੱਠਾ ਕਰ ਦਿੱਤਾ ਗਿਆ। ਕਿਉਂਕਿ ਕਕਰੀ ਜਿਹੜਾ ਪਾਠ ਹੈ ਉਹ ਖਕੜੀਆਂ ਵਾਸਤੇ ਹੈ, ਅਤੇ ਆਵਰੇ ਦਾ ਅਰਥ ਹੈ ਅੰਬ, ਪਕਾਏ ਦਾ ਅਰਥ ਹੈ ਪੱਕੇ ਅੰਬ। ਇਹ ਕੇਵਲ ਉਦਾਹਰਨਾਂ ਹਨ ਸਾਡੇ ਮਨੁੱਖੀ ਮਨ ਨੂੰ ਸਮਝਾਉਣ ਵਾਸਤੇ ਕਿ ਜਦੋਂ ਸਾਡਾ ਮਨ ਸੱਚ ਅਤੇ ਝੂਠ ਦੀ ਸੰਗਤ ਨੂੰ ਸਮਝ ਲਏਗਾ, ਜਦੋਂ ਇਹ ਕੁਸੰਗਤ ਛੱਡ ਕੇ ਸਤਸੰਗਤ ਵਿੱਚ ਆਏਗਾ, ਤਾਂ ਫਿਰ ਸੱਚ ਜਾਣਿਓ ਇਸ ਨਾਮ ਦੇ ਰਸ ਨੂੰ ਮਾਣੇਗਾ, ਇਸ ਸਵਾਦ ਨੂੰ ਚੱਖੇਗਾ। ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਰਾਹੀਂ ਹੋਰ ਜਿਹੜੀਆਂ ਗੱਲਾਂ ਕੀਤੀਆਂ ਉਹ ਬੜੇ ਕਮਾਲ ਦੀਆਂ ਨੇ। ਆਖਣ ਲੱਗੇ, ਕਹਿੰਦੇ ਸ਼ਬਦ ਦੇ ਰਾਹੀਂ ਮਨੁੱਖੀ ਜਿਹੜਾ ਮਨ ਹੈ, ਕਹਿੰਦੇ ਹੁਣ ਉਹ ਚੇਂਜ ਹੋ ਗਿਆ। ਕੁਛ ਜਾਨਵਰਾਂ ਦੀਆਂ ਉਦਾਹਰਨਾਂ ਦਿੱਤੀਆਂ, ਪਸ਼ੂਆਂ ਦੀਆਂ ਉਦਾਹਰਨਾਂ ਦਿੱਤੀਆਂ, ਸਮਝਾਇਆ ਮਨੁੱਖੀ ਮਨ ਨੂੰ ਹੈ। ਉਹਨਾਂ ਵਿੱਚੋਂ ਉਦਾਹਰਨ ਦੇ ਰਹੇ ਨੇ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੇ। ਅਸਲ ਵਿੱਚ ਫੀਲ ਕਹਿੰਦੇ ਨੇ ਹਾਥੀ ਨੂੰ, ਅਤੇ ਜਿਹੜਾ ਹਾਥੀ ਹੈ ਨਾ, ਉਹਦਾ ਜਿਹੜਾ ਸੁਭਾਅ ਹੈ ਹਾਥੀ ਦਾ, ਸੱਚ ਜਾਣਿਓ ਉਹ ਸੁਭਾਅ ਇਹੋ ਜਿਹਾ ਹੈ ਕਿ ਉਹ ਆਪਣੀ ਮਸਤੀ ਵਿੱਚ ਚੱਲਦਾ ਹੈ, ਆਪਣੇ ਹੰਕਾਰ 'ਚ ਤੁਰਦਾ ਹੈ। ਇੱਥੇ ਹਾਥੀ ਦਾ ਜੋ ਸੁਭਾਅ ਹੈ ਉਹ ਹੰਕਾਰ ਵਾਲਾ ਦਰਸਾਇਆ ਗਿਆ ਹੈ। ਆਖਣ ਲੱਗੇ ਜਿਹੜਾ ਹਾਥੀ ਸੀ, ਕਹਿੰਦੇ ਉਸ ਹਾਥੀ ਦਾ ਜਿਹੜਾ ਸੁਭਾਅ ਹੈ ਉਹ ਰਬਾਬੀ ਬਣ ਗਿਆ। ਰਬਾਬੀ ਦੀ ਮਤਲਬ, ਕਿਉਂਕਿ ਰਬਾਬ ਇੱਕ ਸਾਜ਼ ਹੈ ਜੋ ਜੀਵਨ ਨੂੰ ਘੜਨ ਦਾ ਕੰਮ ਕਰਦਾ ਹੈ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਇਹ ਜਿਹੜਾ ਹਾਥੀ ਵਰਗਾ ਮਨ ਸੀ, ਇਹ ਸੁਭਾਅ ਸੀ, ਇਹ ਹੁਣ ਰਬਾਬੀ ਬਣ ਗਿਆ ਹੈ। ਭਾਵ ਕਿ ਇਹ ਹਾਥੀ ਵਾਲਾ ਸੁਭਾਅ ਜਿਹੜਾ ਸੀ, ਜਿਹੜਾ ਹੰਕਾਰੀ ਸੁਭਾਅ ਸੀ, ਕਹਿੰਦੇ ਹੁਣ ਮੇਰਾ ਬਦਲ ਗਿਆ ਹੈ, ਹੁਣ ਨਿਮਰਤਾ ਵਾਲਾ ਸੁਭਾਅ ਬਣ ਗਿਆ ਹੈ। ਫਿਰ ਆਖਣ ਲੱਗੇ, ਕਹਿੰਦੇ ਬਲਦ ਪਖਾਵਜ। ਬਲਦ ਦਾ ਇੱਥੇ ਜੋ ਉਦਾਹਰਨ ਲਈ ਗਈ ਹੈ ਉਹ ਆਲਸ ਤੋਂ ਲਈ ਗਈ ਹੈ। ਜਿਹੜਾ ਬੈਲ ਹੁੰਦਾ ਨਾ ਉਹ ਆਲਸੀ ਹੁੰਦਾ ਹੈ। ਇਹ ਗੱਲ ਯਾਦ ਰੱਖਣਾ, ਜਿਹੜਾ ਆਲਸੀ ਮਨੁੱਖ ਹੈ ਉਹ ਨਾਮ ਨਹੀਂ ਜਪ ਸਕਦਾ, ਕਿਉਂਕਿ ਜਦੋਂ ਨਾਮ ਜਪਣ ਦੀ ਵੇਲਾ ਹੋਏਗੀ ਉਹਨੂੰ ਕਹੋ ਵੀ ਉੱਠ ਜਾ, ਆਲਸੀ ਬੰਦਾ ਕਹਿੰਦਾ 1 ਘੰਟਾ ਹੋਰ ਪੈ ਜਾਣ ਦਿਓ ਮੈਨੂੰ, ਬਾਅਦ 'ਚ ਮੈਂ ਉੱਠ ਕੇ ਕਰ ਲਾਂਗਾ ਸਾਰਾ ਕੁਛ।
ਆਲਸੀ ਸੁਭਾਅ ਦਾ ਬੰਦਾ ਜਿਹੜਾ ਹੈ ਉਹ ਸੱਚੇ ਕੰਮ ਵਾਸਤੇ ਨਹੀਂ ਉੱਠ ਸਕਦਾ, ਕਿਉਂਕਿ ਉਸਦੇ ਅੰਦਰ ਸੱਚੇ ਕੰਮ ਲਈ ਆਲਸ ਹੈ। ਉਹਦੇ ਸੁਭਾਅ ਨੂੰ ਗੁਰਬਾਣੀ ਆਖਦੀ ਹੈ, ਕਹਿੰਦੇ ਐਸਾ ਮਨੁੱਖ ਜਿਹੜਾ ਹੈ ਉਹ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਮਾੜਾ ਕੰਮ ਹੋਵੇਗਾ ਉੱਠ ਪਏਗਾ, ਪਰ ਜਿਹੜਾ ਕੰਮ ਦੀ ਵੇਲਾ ਹੈ ਉਸ ਵੇਲੇ ਨਹੀਂ ਉੱਠੇਗਾ, ਆਲਸ ਕਰ ਜਾਏਗਾ। ਆਖਣ ਲੱਗੇ ਜਿਹੜਾ ਇਹ ਆਲਸੀ ਮਨ ਸੀ ਨਾ, ਤੇ ਹੁਣ ਇਹ ਪਖਾਵਜ ਵਜਾਉਣ ਲੱਗ ਪਿਆ। ਪਖਾਵਜ ਕਹਿੰਦੇ ਨੇ ਤਬਲੇ ਨੂੰ, ਜੋੜੀ ਨੂੰ, ਤੇ ਜੋੜੀ ਵਜਾਉਣ ਵਾਲਾ ਆਲਸੀ ਨਹੀਂ ਹੋ ਸਕਦਾ, ਕਿਉਂਕਿ ਸਾਰਾ ਸਰੀਰ ਹਿਲਦਾ ਹੈ, ਸਾਰਾ ਸਰੀਰ ਚੱਲਦਾ ਹੈ। ਉਸ ਤੋਂ ਬਿਨਾਂ ਤਬਲਾ ਨਹੀਂ ਵਜਾਇਆ ਜਾ ਸਕਦਾ, ਪਖਾਵਜ ਨੂੰ ਵਜਾਇਆ ਨਹੀਂ ਜਾ ਸਕਦਾ। ਉਹਦੇ ਵਾਸਤੇ ਉਹਨੂੰ ਬਹੁਤਾ ਸਮਾਂ ਦੇਣਾ ਪੈਂਦਾ ਹੈ। ਤਬਲਾ ਸਾਜ਼ ਇੱਕ ਐਸਾ ਹੈ ਜਿਹਨੂੰ ਬਹੁਤਾ ਸਮਾਂ ਦੇ ਕੇ ਸਿੱਖਿਆ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਬੈਲ ਵਰਗਾ ਸੁਭਾਅ ਸੀ, ਪਾਓ ਕਿ ਜਿਹੜਾ ਸੁਭਾਅ ਸੀ ਆਲਸ ਵਾਲਾ, ਇਹ ਹੁਣ ਜੋੜੀ ਬਣਾਉਣ ਵਾਲਾ ਸੁਭਾਅ ਬਣ ਗਿਆ ਹੈ। ਪਾਓ ਕਿ ਹੁਣ ਆਲਸ ਤਿਆਗ ਕੇ ਹੁਣ ਮੈਂ ਜਾਗਰਤ ਹੋ ਗਿਆ ਹਾਂ, ਮੈਂ ਅੰਦਰੋਂ ਜਾਗ ਗਿਆ ਹਾਂ, ਮੈਂ ਸੁਚੇਤ ਹੋ ਗਿਆ ਹਾਂ, ਆਲਸ ਨੂੰ ਤਿਆਗ ਦਿੱਤਾ ਹੈ। ਫਿਰ ਆਖਣ ਲੱਗੇ ਕਊਆ ਤਾਲ ਵਜਾਵੇ। ਕਊਆ ਦਾ ਅਰਥ ਹੈ ਕਾਂ। ਆਖਣ ਲੱਗੇ ਹੁਣ ਜਿਹੜਾ ਕਾਂ ਸੀ, ਕਾਂ ਵਾਲਾ ਸੁਭਾਅ ਤਾਲ ਵਜਾ ਰਿਹਾ ਹੈ, ਕਿਉਂਕਿ ਕਾਂ ਦਾ ਕੰਮ ਹੀ ਚੁੰਝਾਂ ਮਾਰਨਾ ਹੁੰਦਾ ਹੈ। ਕਾਂ ਜਿਹੜਾ ਉਹ ਚਤੁਰਾਈ ਦਾ ਪ੍ਰਤੀਕ ਹੈ। ਅਸੀਂ ਕਹਿੰਦੇ ਕਾਂ ਬੜਾ ਚਤੁਰ ਹੁੰਦਾ ਹੈ, ਤੇ ਜਿਹੜਾ ਮਹਾਰਾਜ ਕਹਿੰਦੇ ਇਹ ਚਤੁਰਾਈ ਵਾਲਾ ਸੁਭਾਅ ਸੀ, ਬੜੀ ਚਲਾਕੀਆਂ ਵਾਲਾ ਸੁਭਾਅ ਸੀ। ਕਈ ਬੰਦਿਆਂ ਨੂੰ ਵੇਖੋ ਨਾ, ਕਿਤਨੀ ਉਹ ਚਲਾਕੀਆਂ ਜੀਵਨ 'ਚ ਕਰਦੇ ਨੇ, ਬੜੀਆਂ ਚਤੁਰਾਈਆਂ ਦਿਖਾਉਂਦੇ, ਬੜੀ ਸਿਆਣਪਾ ਦਿਖਾਉਂਦੇ ਨੇ। ਤੇ ਗੁਰਬਾਣੀ ਨੇ ਤਾਂ ਹੀ ਸਾਨੂੰ ਸਮਝਾਇਆ ਕਿ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਪਰ ਇੱਕ ਕਾਂ ਦੀ ਬਿਰਤੀ ਹੈ ਕਿ ਉਹ ਬੜਾ ਚਤੁਰ ਹੁੰਦਾ ਹੈ। ਨਾਲੇ ਜੋ ਚਤੁਰ ਹੁੰਦਾ ਹੈ, ਔਰ ਜਿਤਨਾ ਬੰਦਾ ਚਤੁਰ ਹੁੰਦਾ ਹੈ, ਇੱਕ ਗੱਲ ਯਾਦ ਰੱਖਣਾ, ਉਤਨਾ ਹੀ ਉਹ ਗੰਧ ਵਿੱਚ ਆਪਣੀ ਚੁੰਝ ਮਾਰਦਾ ਹੈ। ਬੁਰੇ ਕੰਮਾਂ ਵਿੱਚ ਉਤਨਾ ਹੀ ਇਨਵੋਲਵ ਹੁੰਦਾ ਚਲਾ ਜਾਂਦਾ। ਇਤਨਾ ਆਪਣੇ ਆਪ ਨੂੰ ਕੋਈ ਚਤੁਰ ਸਮਝਦਾ ਹੈ, ਸਿਆਣਾ ਸਮਝਦਾ ਹੈ, ਚਲਾਕ ਸਮਝਦਾ ਹੈ। ਔਰ ਤੁਸੀਂ ਵੇਖੋ ਸੱਜਣ ਠੱਗ, ਉਸਦਾ ਜੀਵਨ ਪੜ੍ਹੋਗੇ ਤਾਂ ਉਸਦੇ ਬਾਰੇ ਵੀ ਬਾਬਾ ਨਾਨਕ ਨੇ ਆਖਿਆ ਵੀ ਤੇਰੇ ਕੋਲ ਚਲਾਕੀਆਂ ਨੇ, ਚਤੁਰਾਈਆਂ ਨੇ, ਬੜੀ ਸਿਆਣਪਾਂ ਨੇ, ਪਰ ਇਹਨਾਂ ਨੇ ਤੈਨੂੰ ਡੁਬੋ ਦਿੱਤਾ ਹੈ। ਤੂੰ ਜੇ ਇਹਨਾਂ ਨੂੰ ਛੱਡ ਕੇ ਨਾਮ ਨਾਲ ਜੁੜ ਜਾਏ ਨਾ, ਤਾਂ ਤੇਰਾ ਪਾਰ ਉਤਾਰਾ ਹੋ ਸਕਦਾ, ਹੋਰ ਕੋਈ ਤਰੀਕਾ ਤੇਰੇ ਪਾਰ ਉਤਾਰੇ ਦਾ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਇੱਕ ਬਿਰਤੀ ਸੀ, ਕਹਿੰਦੇ ਕਾਂ ਵਾਲੀ, ਜਿਹੜੀ ਚਤੁਰਾਈ ਵਾਲੀ ਬਿਰਤੀ ਸੀ, ਕਹਿੰਦੇ ਉਹ ਚਤੁਰਾਈ ਵਾਲੀ ਬਿਰਤੀ ਜਿਹੜੀ ਹੈ ਨਾ ਹੁਣ ਮੇਰੀ ਬਦਲ ਗਈ ਹੈ। ਚਤੁਰਾਈ ਵਾਲੀ ਜਿਹੜੀ ਬਿਰਤੀ ਸੀ ਉਹ ਬਦਲ ਗਈ ਹੈ। ਉਹਦੇ ਥਾਂ 'ਤੇ ਕੀ ਹੋ ਗਿਆ, ਕਹਿੰਦੇ ਕਾਂ ਵਾਲਾ ਸੁਭਾਅ ਬਦਲ ਕੇ ਹੁਣ ਉਹ ਤਾਲ ਵਜਾ ਰਿਹਾ ਹੈ। ਪਾਓ ਕਿ ਚਤੁਰਾਈ ਛੱਡ ਕੇ ਉਹ ਇੱਕ ਤਾਲ ਵਿੱਚ ਆ ਗਿਆ, ਇੱਕ ਸਾਰਤਾ ਵਿੱਚ ਆ ਗਿਆ। ਜਦੋਂ ਜਦੋਂ ਚਤੁਰਾਈ ਛੱਡਾਂਗੇ ਨਾ, ਫਿਰ ਜੀਵਨ ਇੱਕ ਸਾਰਤਾ ਵਿੱਚ ਚਲੇਗਾ, ਇੱਕੋ ਜਿਹਾ ਚਲੇਗਾ। ਸਿਆਣਪ ਵਾਲੇ ਮਨੁੱਖ ਦੇ ਵਿੱਚ ਉਤਰਾਅ ਚੜਾਓ ਚੱਲਦਾ ਰਹੇਗਾ, ਇੱਕੋ ਜਿਹਾ ਨਹੀਂ ਰਹਿ ਸਕਦਾ। ਫਿਰ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਨੇ ਪਹਿਰ ਚੋਲ ਨਾ ਗਦਹਾ ਨਾਚੈ, ਪੈਸਾ ਭਗਤ ਕਰਾਵੇ। ਆਖਣ ਲੱਗੇ ਖੋਤਾ ਜਿਹੜਾ ਸੀ, ਖੋਤੇ ਵਾਲਾ ਸੁਭਾਅ, ਪ੍ਰੇਮ ਰੂਪੀ ਚੋਲਾ ਪਾ ਕੇ ਹੁਣ ਨੱਚ ਰਿਹਾ ਹੈ। ਹੁਣ ਖੋਤਾ ਜਿਹੜਾ ਹੈ ਉਹਦਾ ਜਿਹੜਾ ਸੁਭਾਅ ਹੈ, ਉਹ ਸੁਭਾਅ ਹੈ ਮੂਰਖਤਾ ਦਾ। ਤੇ ਉਹ ਜਿਹੜਾ ਸੁਭਾਅ ਸੀ ਉਹ ਚੇਂਜ ਹੋ ਗਿਆ ਹੈ। ਤੁਸੀਂ ਕਦੀ ਖੋਤੇ ਨੂੰ ਫੜ ਕੇ ਵੇਖਣਾ, ਉਹ ਪਿੱਛੇ ਨੂੰ ਜਾਏਗਾ, ਅੱਗੇ ਨਹੀਂ ਵਧੇਗਾ। ਭਾਵੇਂ ਪਿੱਛੇ ਖੂਹ ਹੋਵੇ, ਖੂਹ 'ਚ ਡਿੱਗ ਜਾਏਗਾ, ਪਰ ਉਸਨੇ ਉਹਨੂੰ ਫੜ ਕੇ ਅੱਗੇ ਕਰਨ ਦੀ ਕੋਸ਼ਿਸ਼ ਕਰੋਗੇ, ਉਹ ਕਦੀ ਅੱਗੇ ਨਹੀਂ ਚੱਲਦਾ। ਉਹਦਾ ਇੱਕ ਸੁਭਾਅ ਹੈ ਪਿੱਛੇ ਹਟਣ ਦਾ। ਐਸੇ ਕਈ ਮਨੁੱਖ ਜਿਹੜੇ ਜੀਵਨ ਪੱਖ ਤੋਂ ਉਹ ਥੱਲੇ ਥੱਲੇ ਡਿੱਗਦੇ ਜਾਂਦੇ ਹਨ, ਔਰ ਖੋਤੇ ਦੇ ਵਾਂਗ ਮੂਰਖਤਾ ਆਪਣੇ ਜੀਵਨ ਵਿੱਚ ਬਣਾਈ ਰੱਖਦੇ ਹਨ। ਵੈਸੇ ਬਾਣੀ ਨੇ ਕਈ ਉਦਾਹਰਨਾਂ ਇਹ ਦਿੱਤੀਆਂ ਨੇ
कि मूर्खा सिर मूर्ख जो मन्ने ना ही नाम। ਜਿਹੜਾ ਨਾਮ ਨਹੀਂ ਮੰਨਦਾ ਉਹ ਮੂਰਖਾਂ ਦਾ ਮੂਰਖ ਹੈ। ਅਤੇ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਵ ਕਰਨ। ਮਹਾਰਾਜ ਕਹਿੰਦੇ ਉਹ ਨਿਰੇ ਖੋਤੇ ਨੇ ਜਿਹੜੇ ਗੁਣਾਂ ਤੋਂ ਬਿਨਾਂ ਹੰਕਾਰ ਕਰੀ ਜਾਂਦੇ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਸੁਭਾਅ ਸੀ ਨਾ, ਹੁਣ ਇਹ ਸੁਭਾਅ ਚੇਂਜ ਹੋ ਗਿਆ, ਇਹ ਸੁਭਾਅ ਬਦਲ ਗਿਆ। ਹੁਣ ਪ੍ਰੇਮ ਰੂਪੀ ਚੋਲਾ ਪਾ ਕੇ ਇਹ ਨੱਚ ਰਿਹਾ। ਔਰ ਨੱਚਣਾ ਇਹ ਨਹੀਂ ਹੈ ਕਿ ਅਸੀਂ ਕਈ ਵਾਰੀ ਦੇਖਦੇ ਹਾਂ, ਗੁਸਤਾਖੀ ਮਾਫ਼ ਕਰਨਾ, ਕਿ ਕਈ ਬੰਦੇ ਉਹ ਧਾਰਮਿਕ ਸਥਾਨਾਂ 'ਤੇ ਨੱਚੀ ਜਾਂਦੇ ਹਨ। ਪਿਛਲੇ ਸਮਿਆਂ ਦੇ ਵਿੱਚ ਤੁਸੀਂ ਵੇਖੀ ਹੋਏਗੀ, ਨਾਮਧਾਰੀ ਪਰਿਵਾਰਾਂ 'ਚੋਂ, ਨਾਮਧਾਰੀਆਂ ਦੇ ਡੇਰੇ 'ਚੋਂ, ਅਤੇ ਇੱਕ ਬਾਬਾ ਬੈਠਾ ਹੈ ਅਤੇ ਉੱਥੇ ਕੀਰਤਨ ਚੱਲ ਰਿਹਾ ਅਤੇ ਉਹਦੇ ਨਾਲ ਨੱਚ ਰਹੇ ਨੇ, ਔਰ ਫਿਰ ਤਰਕਾ ਦੇ ਰਹੇ ਨੇ, ਨਾਚ ਰੇ ਗੁਰ ਮਨ ਕੈ ਗੁਰ ਕੈ ਆਗੈ। ਪਰ ਉਹ ਨੱਚਣਾ ਕੀ ਹੈ? ਗੁਰੂ ਦੇ ਹੁਕਮ ਵਿੱਚ ਚੱਲਣਾ, ਗੁਰੂ ਦੀ ਆਗਿਆ ਵਿੱਚ ਰਹਿਣਾ। ਨੱਚਣਾ ਉਹ ਨਹੀਂ ਕਿ ਹੱਥ ਪੈਰ ਹਿਲਾ ਕੇ ਨੱਚਣਾ, ਗੁਰਮਤਿ ਵਿੱਚ ਉਹ ਨੱਚਣਾ ਪ੍ਰਵਾਨ ਨਹੀਂ ਹੈ। ਪਰ ਲੋਕ ਇਸ ਤਰ੍ਹਾਂ ਕਰਦੇ ਨੇ, ਇੱਕ ਬਿਰਤੀ ਹੈ ਇਸ ਤਰ੍ਹਾਂ ਦੀ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਜਿਹੜਾ ਖੋਤਾ ਸੀ ਉਹ ਉਸ ਪ੍ਰੇਮ ਦਾ ਚੋਲਾ ਪਾ ਕੇ ਨੱਚ ਰਿਹਾ, ਭਾਵ ਕਿ ਇਹ ਖੋਤਾ ਰੂਪੀ ਮਨ ਹੁਣ ਚੰਗੇ ਪਾਸੇ ਲੱਗਿਆ ਹੈ। ਅਤੇ ਪੈਸਾ ਭਗਤ ਕਰਾਵੈ। ਕਹਿੰਦੇ ਇਹ ਜਿਹੜਾ ਪੈਸਾ ਹੈ ਨਾ, ਭਾਵ ਕਿ ਪੈਸੇ ਵਾਲਾ ਸੁਭਾਅ ਭਗਤੀ ਕਰਦਾ ਹੈ। ਇਹਦਾ ਸੁਭਾਅ ਹੈ ਅਮੋੜ, ਅਮੋੜ ਪੁਣਾ, ਇਹ ਮੁੜਦਾ ਨਹੀਂ ਹੈ, ਇਹ ਸਿੱਧਾ ਚੱਲਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸੁਭਾਅ ਸੀ ਨਾ, ਇਹ ਸੁਭਾਅ ਹੁਣ ਬਦਲ ਗਿਆ ਹੈ। ਭਾਵ ਕਿ ਬਲਦ ਦਾ ਆਮ ਤੌਰ ਤੋਂ ਆਲਸ ਵਾਲਾ ਸੁਭਾਅ ਸੀ, ਉਹ ਦੂਰ ਹੋ ਗਿਆ। ਹਾਥੀ ਦਾ, ਗਧੇ ਦਾ, ਪੈਸੇ ਦਾ, ਇਹ ਸੁਭਾਅ ਚੇਂਜ ਹੋ ਗਏ। ਕਿਉਂਕਿ ਜਿਹੜਾ ਕਾਂ ਨਾ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ। ਕਾਂ ਨੂੰ ਤੁਸੀਂ ਕਹੋ ਨਾ ਅੰਮ੍ਰਿਤ ਰਸ ਤੇਰੇ ਅੱਗੇ ਰੱਖ ਦਈਏ, ਪਰ ਉਹ ਅੰਮ੍ਰਿਤ ਰਸ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਤ੍ਰਪਤੈ ਵਿਸ਼ਟਾ ਖਾਏ ਮੁਖ ਗੋ ਹੈ। ਉਹ ਗੰਦਗੀ ਵਿੱਚ ਚੁੰਝ ਮਾਰ ਕੇ ਖੁਸ਼ ਹੁੰਦਾ। ਸਾਡਾ ਮਨ ਵੀ ਇਹੀ ਕਰਦਾ ਹੈ, ਸਾਡਾ ਸੁਭਾਅ ਵੀ ਇਸ ਪਾਸੇ ਨੂੰ ਹੀ ਦੌੜਦਾ ਹੈ। ਕਿਉਂਕਿ ਮਨੁੱਖੀ ਸੁਭਾਅ ਹੈ ਅੰਮ੍ਰਿਤ ਕੋੜਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਡਿੱਠੀ। ਇਸ ਨੂੰ ਅੰਮ੍ਰਿਤ ਕੋੜਾ ਲੱਗਦਾ ਹੈ, ਵਿਖਿਆ ਮਿੱਠੀ ਲੱਗਦੀ ਹੈ। ਮਹਾਰਾਜ ਕਹਿੰਦੇ ਮੈਂ ਸਾਕਤ ਦੀ ਵਿਦ ਨੂੰ ਅੱਖਾਂ ਨਾਲ ਡਿੱਠਾ ਦਾ ਅਰਥ ਵੇਖਿਆ ਹੈ। ਖੋਤੇ ਦਾ ਸੁਭਾਅ ਹੈ ਹਰੀ ਅੰਗੂਰੀ ਗਧਾ ਚਰੈ। ਇਹ ਭਾਵ ਕਿ ਜਿਹੜਾ ਸਾਡਾ ਖੋਤਾ ਮਨ ਹੈ ਨਾ, ਹਰੀ ਅੰਗੂਰੀ ਦਾ ਅਰਥ ਹੈ ਇਹ ਵਾਸਨਾਵਾਂ ਨੂੰ ਭੋਗਦਾ ਹੈ। ਇਹ ਸੰਸਾਰ ਦੀਆਂ ਗੱਲਾਂ ਦੇ ਵਿੱਚ ਰਹਿੰਦਾ ਹੈ, ਇਹ ਵਾਸਨਾਵਾਂ ਨੂੰ ਗ੍ਰਹਿਣ ਕਰਦਾ। ਇਹ ਖੋਤਾ ਮਨ ਇਹ ਕੁਝ ਕੰਮ ਕਰਦਾ ਹੈ। ਅਤੇ ਜਿਹੜਾ ਪੈਸਾ ਹੈ, ਮਾਰ ਕਹਿੰਦੇ ਮਾਤਾ ਪੈਸਾ ਅਮੁਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਇਹ ਨਿਮਾਣ ਨੂੰ ਜਾਂਦਾ ਜਿਹੜਾ ਪੈਸਾ ਬਿਰਤੀ ਹੈ ਸਾਡੇ ਅੰਦਰ। ਇਹ ਬਿਰਤੀਆਂ ਦਾ ਜ਼ਿਕਰ ਕਰ ਰਹੇ ਨੇ ਇੱਥੇ। ਆਓ ਕਹਿਣ ਲੱਗੇ ਕਿ ਸੁਭਾਅ ਬਦਲਣ ਤੋਂ ਪਹਿਲਾਂ ਮਨ ਅਹੰਕਾਰ, ਆਲਸ, ਚਤਰਾਈ, ਕਾਮ ਵਾਸਨਾ, ਅਮੋੜ ਪੁਣਾ, ਇਹਨਾਂ ਵਿਕਾਰਾਂ ਦੇ ਅਧੀਨ ਚੱਲਦਾ ਸੀ। ਅਤੇ ਜਦੋਂ ਕਿਨਹੈ ਬੁੱਝਣ ਹਾਰੇ ਖਾਏ, ਜਦੋਂ ਗਿਆਨਵਾਨ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਇਸ ਗੱਲ ਨੂੰ ਸਮਝ ਲਿਆ, ਸੱਚੀ ਸੰਗਤ ਕੀਤੀ, ਗੁਰੂ ਸ਼ਬਦ ਨਾਲ ਜੁੜਿਆ, ਤਾਂ ਇਹ ਮਨੁੱਖੀ ਸੁਭਾਅ ਬਦਲ ਗਿਆ। ਜਦੋਂ ਅੰਦਰ ਰਸ ਆਇਆ ਤਾਂ ਪ੍ਰੇਮ ਵਿੱਚ ਭਿੱਜ ਕੇ ਮਨ ਇਨ ਨਵੇਂ ਵਿਆਏ ਉਦਮ ਦੇ ਵਿੱਚ ਲੱਗ ਗਿਆ। ਭਾਵ ਕਿ ਹੁਣ ਚੰਗੇ ਕਰਮ ਕਰਨ ਲੱਗ ਪਿਆ, ਆਪਣੀ ਬਿਰਤੀ ਨੂੰ ਚੇਂਜ ਕਰ ਲਿਆ, ਆਪਣੇ ਸੁਭਾਅ ਨੂੰ ਚੇਂਜ ਕਰ ਲਿਆ। ਇਸ ਕਰਕੇ ਇੱਥੇ ਇਹ ਜਿਹੜੇ ਪ੍ਰਮਾਣ ਦਿੱਤੇ ਨੇ, ਇਹ ਪਸ਼ੂਆਂ ਤੋਂ ਤੁਲਨਾ ਕਰਦੇ ਹੋਏ ਮਨੁੱਖੀ ਮਨ ਨੂੰ ਸਮਝਾਇਆ। ਇੱਕ ਗੱਲ ਯਾਦ ਰੱਖਣਾ, ਪਸ਼ੂ ਨੇ ਨਹੀਂ ਸਮਝਣਾ, ਪਰ ਮਨੁੱਖ ਸਮਝ ਸਕਦਾ। ਉਹਦੇ ਕੋਲ ਦੋਨੋਂ ਰਸਤੇ ਨੇ। ਇਹ ਪਸ਼ੂ ਬਣ ਕੇ ਵੀ ਜੀ ਸਕਦਾ ਹੈ ਅਤੇ ਇਹ ਦੇਵਤਾ ਬਣ ਕੇ ਵੀ ਜੀ ਸਕਦਾ। ਪਸ਼ੂ ਦੇ ਕੋਲ ਦੋਵੇਂ ਓਪਸ਼ਨ ਖੁੱਲ੍ਹੇ ਨੇ। ਇਹ ਪਸ਼ੂਆਂ ਵਾਲੀ ਆਦਤਾਂ ਅਪਣਾ ਕੇ ਵੀ ਜੀ ਸਕਦਾ ਹੈ, ਇਹ ਦੇਵਤਿਆਂ ਵਰਗੀਆਂ ਆਦਤਾਂ ਅਪਣਾ ਕੇ ਵੀ ਜੀ ਸਕਦਾ। ਪਸ਼ੂ ਬਣ ਕੇ ਜੀਵੇਗਾ ਅਤੇ ਇਹ ਖਰਾਬੀ ਕਰੇਗਾ,
ਜੇ ਇਹ शुभ गुण ग्रहण करके जीवेगा ये संसार का भला करेगा। ਅਸੀਂ ਕਰਦੇ ਇਹੀ ਕੁਛ ਹਾਂ ਕਿ ਅਸੀਂ ਬਹੁਤੀਆਂ ਆਦਤਾਂ ਪਸ਼ੂਆਂ ਵਾਲੀ अपना के ਜ਼ਿੰਦਗੀ ਜਿਉਂਦੇ ਹਾਂ। ਇਸ ਕਰਕੇ ਗੁਰਬਾਣੀ ਨੇ ਇਹ ਗੱਲ ਸਾਨੂੰ ਸਮਝਾਈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨਰਾਤ। ਮਨੁੱਖ ਦੀਆਂ ਜਿਹੜੀਆਂ ਕਰਤੂਤਾਂ ਨੇ ਨਾ ਉਹ ਪਸ਼ੂਆਂ ਵਰਗੀਆਂ ਗੁਰਬਾਣੀ ਕਹਿ ਰਹੀ ਹੈ। ਔਰ ਕਈ ਵਾਰੀ ਮਨ ਵਿੱਚ ਆਉਂਦਾ ਵੀ ਸੱਚੇ ਪਾਤਸ਼ਾਹ ਸੀ ਇਨਸਾਨ ਆ। ਸੈਸਕ੍ਰਿਤੀ ਪੜ੍ਹ ਕੇ ਵੇਖਣਾ ਗੁਰੂ ਸਾਹਿਬ ਨੇ ਉੱਥੇ ਆਖਿਆ, ਕਹਿੰਦੇ ਸਨਮੰਦੀ ਸਵਾਨ ਸਿਆਲ ਖਰਾ। ਹੇ ਬੰਦੇ ਤੇਰੇ ਜਿਹੜੇ ਸਨਮੰਦੀ ਨੇ ਉਹ ਸਵਾਨ ਕੁੱਤਾ, ਸਿਆਲ ਗਿੱਦੜ, ਖਰਾ ਦਾ ਅਰਥ ਖੋਤਾ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਵਰਗੀ ਹਸਤੀ ਇਹ ਗੱਲ ਲਿਖੇ ਤਾਂ ਕਈ ਵਾਰੀ ਵਿਚਾਰ ਕਰਨੀ ਪੈਂਦੀ ਹੈ। ਸੱਚੇ ਪਾਤਸ਼ਾਹ ਦੇਖਣ ਨੂੰ ਅਸੀਂ ਇਨਸਾਨ ਹਾਂ, ਬੰਦੇ ਹਾਂ, ਮਨੁੱਖ ਹਾਂ, ਪਰ ਸਾਡੀਆਂ ਬਿਰਤੀਆਂ, ਸਾਡਾ ਸੁਭਾਅ ਕੁੱਤੇ ਵਰਗਾ ਹੀ ਹੈ। ਦੇਖੋ ਨਾ, ਇੱਕ ਕੁੱਤਾ ਦੂਜੇ ਕੁੱਤੇ ਨੂੰ ਵੇਖ ਕੇ ਕਿਵੇਂ ਭੌਂਕਦਾ ਹੈ। ਮਾਫ਼ ਕਰਨਾ, ਜੇ ਇੱਕ ਮਨੁੱਖ ਦੂਜੇ ਮਨੁੱਖ ਨੂੰ ਦੇਖ ਕੇ ਵੀ ਕੁੱਤੇ ਵਾਂਗ ਹੀ ਟੁੱਟ ਕੇ ਪੈ ਜਾਏ ਤਾਂ ਮਾਫ਼ ਕਰਨਾ ਕਿ ਉਹਦੇ ਵਿੱਚ ਕਿਤੇ ਇਨਸਾਨੀ ਬਿਰਤੀ ਨਹੀਂ ਹੈ। ਸਿਆਲ ਕਹਿੰਦੇ ਨੇ ਗਿੱਦੜ ਨੂੰ, ਹਰ ਵੇਲੇ ਡਰਿਆ ਹੀ ਰਹਿਣਾ, ਜਿਵੇਂ ਗਿੱਦੜ ਡਰਿਆ ਰਹਿੰਦਾ। ਕਈ ਸੱਚ ਦਾ ਸਾਹਮਣਾ ਨਹੀਂ ਕਰ ਸਕਦੇ, ਸੱਚ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਨ, ਸੱਚ ਨੂੰ ਛੱਡ ਕੇ ਝੂਠ ਦੇ ਅੱਗੇ ਆਪਣੇ ਆਪ ਨੂੰ ਅਰਪਣ ਕਰ ਦਿੰਦੇ ਹਨ। ਇਹਦਾ ਅਰਥ ਹੈ ਕਿ ਮਨੁੱਖ ਦੇ ਅੰਦਰ ਹੁਣ ਬੰਦਾ ਨਹੀਂ ਕੰਮ ਕਰ ਰਿਹਾ, ਹੁਣ ਗੁਰੂ ਦਾ ਸ਼ਬਦ ਨਹੀਂ, ਇਹਦੇ ਅੰਦਰ ਹੁਣ ਖੋਤਾ ਬਿਰਤੀ ਜਿਹੜਾ ਸਿਆਲ ਬਿਰਤੀ ਆ ਗਈ ਹੈ, ਜਿਹੜਾ ਇਹ ਡਰਿਆ ਹੋਇਆ ਹੈ। ਸਨਮੰਦੀ ਸਵਾਨ ਸਿਆਲ ਖਰਾ, ਸਿਆਲ ਗਿੱਦੜ ਡਰਿਆ ਹੋਇਆ, ਖਰਾ ਅਰਥ ਹੈ ਖੋਤਾ। ਅਤੇ ਜਦੋਂ ਅਸੀਂ ਕਿਸੇ ਨੂੰ ਮੂਰਖ ਕਹਿਣਾ ਹੋਵੇ ਤਾਂ ਕਈ ਵਾਰੀ ਅਸੀਂ ਕਹਿੰਦੇ ਤੇ ਨਿਰਾ ਖੋਤਾ ਹੈ, ਹੁਣ ਹੈ ਤਾਂ ਬੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਚੰਗੀ ਸੰਗਤ ਕਰਾਂਗੇ, ਚੰਗੀ ਸੰਗਤ ਦਾ ਕੀ ਰਿਜ਼ਲਟ ਹੋਵੇਗਾ ਕਿ ਮਨੁੱਖੀ ਜਿਹੜੀ ਬਿਰਤੀ ਪਸ਼ੂਆਂ ਵਾਲੀ ਹੈ ਉਹ ਇਨਸਾਨਾਂ ਵਾਲੀ ਬਿਰਤੀ ਬਣ ਜਾਏਗੀ, ਉਹ ਚੇਂਜ ਹੋ ਜਾਏਗੀ। ਜਦੋਂ ਅਸੀਂ ਸਤ ਸੰਗਤ ਵਿੱਚ ਆਵਾਂਗੇ, ਗੁਰੂ ਸੰਗ ਦੇ ਵਿੱਚ ਬੈਠਾਂਗੇ, ਗੁਰੂ ਦੇ ਸੰਗ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਨੂੰ ਵਿਚਾਰਾਂਗੇ ਤਾਂ ਚੰਗੀ ਬਿਰਤੀ ਦੇ ਮਾਲਕ ਬਣ ਜਾਵਾਂਗੇ। ਫਿਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਬੈਠ ਸਿੰਘ ਘਰ ਪਾਨ ਲਗਾਵੈ, ਕੀਸ ਗਲੋਰੇ ਲਿਆਵੈ। ਆਖਣ ਲੱਗੇ ਭਗਤ ਕਬੀਰ ਸਾਹਿਬ, ਕਹਿੰਦੇ ਮਨ ਸਿੰਘ ਆਪਣੇ ਸਵੈ ਸਰੂਪ ਵਿੱਚ ਟਿਕ ਕੇ, ਆਪਣੇ ਅੰਦਰ ਟਿਕ ਕੇ, ਕਿਉਂਕਿ ਇੱਥੇ ਸਿੰਘ ਦਾ ਅਰਥ ਹੈ ਮਨ ਦੀ ਨਿਰਦੈਤਾ ਵਾਲਾ ਜਿਹੜਾ ਸੁਭਾਅ ਹੈ। ਇਹ ਮਨ ਦਇਆ ਨਹੀਂ ਕਰਦਾ, ਇਹ ਨਿਰਦਈ ਹੈ ਮਨ ਸਾਡਾ। ਅਸੀਂ ਚਾਹੀਏ ਵੀ ਨਾ ਦਇਆ ਕਰਨ ਦੀ ਤਾਂ ਇਹ ਮਨ ਸਾਨੂੰ ਦਇਆ ਨਹੀਂ ਕਰਨ ਦਿੰਦਾ। ਇੱਥੇ ਸਿੰਘ ਦੇ 2 ਵਾਰੀ ਲਫ਼ਜ਼ ਵਰਤਿਆ ਅਤੇ 2 ਸੁਭਾਵਾਂ ਦਾ ਜ਼ਿਕਰ ਕੀਤਾ। ਇੱਕ ਉਹਦੇ ਚੰਗੇ ਸੁਭਾਅ ਦੀ ਗੱਲ ਕੀਤੀ ਹੈ, ਇੱਕ ਉਹਦੇ ਦੂਜੇ ਸੁਭਾਅ ਦੀ ਗੱਲ ਕੀਤੀ। ਬਾਣੀ ਦੇ ਵਿੱਚ ਉਦਾਹਰਨਾਂ ਦੇ ਕੇ ਕਈ ਵਾਰੀ ਇੱਕ ਪੱਖ ਦੀ ਉਦਾਹਰਨ ਲਈ ਗਈ ਹੈ, ਕਦੀ ਉਸਦੇ ਦੂਜੇ ਪੱਖ ਦੀ ਉਦਾਹਰਨ ਲਈ ਗਈ ਹੈ। ਬਾਣੀ ਵਿੱਚ ਕਿਤੇ ਕਿਤੇ ਪਸ਼ੂਆਂ ਦੇ ਚੰਗੇ ਸੁਭਾਅ ਦੀ ਗੱਲ ਕੀਤੀ ਗਈ ਹੈ ਅਤੇ ਕਿਤੇ ਕਿਤੇ ਉਸਦੇ ਮਾੜੇ ਸੁਭਾਅ ਦੀ ਗੱਲ ਕੀਤੀ ਗਈ ਹੈ। ਜਿਵੇਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਉੱਥੇ ਗੁਰੂ ਸਾਹਿਬ ਜੀ ਨੇ ਜਦੋਂ ਕੁੱਤੇ ਦੇ ਬਾਰੇ ਆਖਿਆ ਅਤੇ ਉੱਥੇ ਆਖਣ ਲੱਗੇ ਕਿ ਜਿਹੜਾ ਸਵਾਨ ਹੈ ਉਹ ਵਫਾਦਾਰ ਬੜਾ ਹੁੰਦਾ ਹੈ। ਅਤੇ ਕਹਿਣ ਲੱਗੇ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਏ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਉੱਥੇ ਉਹਦੀ ਸੁਭਾਅ ਦਾ ਲਿਆ ਗਿਆ ਕਿ ਉਹ ਵਫਾਦਾਰ ਹੈ। ਜੇ ਨਾਮ ਜਪਣਾ ਨਾ ਅਤੇ ਵਫਾਦਾਰੀ ਬਣਾ ਗੁਰੂ ਨਾਲ, ਵਫਾਦਾਰ ਹੋ ਕੇ ਨਾਮ ਜਪ। ਇਹਨੇ ਵੀ ਅੱਜ ਗੁਰਦੁਆਰੇ ਮੱਥਾ ਟੇਕ ਲਿਆ, ਕੱਲ੍ਹ ਪੀਰ 'ਤੇ ਜਾ ਕੇ ਮੱਥਾ ਟੇਕ ਲਿਆ, ਪਰਸੋਂ ਕਿਤੇ ਹੋਰ ਟੇਕ ਲਿਆ, ਵਫਾਦਾਰੀ ਨਹੀਂ ਹੈ, ਇਹ ਵਫਾਦਾਰੀ ਨਹੀਂ ਹੈ। ਇਸ ਕਰਕੇ ਜਿਹੜੀਆਂ ਕੁਛ ਉਦਾਹਰਨਾਂ ਦਿੱਤੀਆਂ ਗਈਆਂ ਬਾਣੀ ਦੇ ਵਿੱਚ, ਉਹਦੇ ਵਿੱਚ 2 ਪੱਖ ਨੇ। ਇੱਥੇ ਵੀ ਕਬੀਰ ਸਾਹਿਬ ਕਹਿਣ ਲੱਗੇ
बैठ सिंह कर पान लगावै। कहते ये मन सिंह अपने स्वै स्वरूप दे विच टिक के ना ते हुण ये अपना ਜਿਹੜਾ ਨਿਰਦਇਤਾ ਵਾਲਾ ਸੁਭਾਅ ਸੀ ਇਹਦਾ ਇਹ ਛੱਡ ਕੇ ਨਾ ਹੁਣ ਸੇਵਾ ਦੇ ਆਹਾਰ ਵਿੱਚ ਲੱਗਿਆ ਹੈ। ਅਸਲ ਵਿੱਚ ਜਿਹੜਾ ਅੱਖਰ ਵਰਤਿਆ ਨਾ ਪਾਨ ਲਗਾਵੇ, ਜਦੋਂ ਕੋਈ ਬਰਾਤ ਆਉਂਦੀ ਸੀ ਨਾ ਤੇ ਪਾਨ ਤਿਆਰ ਕੀਤਾ ਜਾਂਦਾ ਸੀ, ਪਾਓ ਕਿ ਉਹ ਉਸ ਦਾ ਅਰਥ ਸੀ ਕਿ ਮਨੁੱਖ ਸੇਵਾ 'ਚ ਲੱਗੇ ਹੋਏ ਨੇ। ਪਾਓ ਕਿ ਕੁਝ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਸਨ ਪਹਿਲਾਂ, ਬੜੀ ਸੇਵਾ ਭਾਵਨਾ ਦਿਖਾਈ ਜਾਂਦੀ ਸੀ। ਜਿਵੇਂ ਅੱਜ ਦੇਖਦੇ ਹਾਂ ਅਸੀਂ, ਅੱਜ ਦਾ ਜ਼ਮਾਨਾ ਚੇਂਜ ਹੋ ਗਿਆ ਕਿ ਅੱਜ ਵੇਟਰ ਦਰਵਾਜ਼ੇ 'ਤੇ ਖੜ੍ਹਾ ਹੁੰਦਾ ਹੈ, ਪਾਣੀ ਲੈ ਕੇ, ਜਲ ਲੈ ਕੇ, ਪੈਪਸੀ ਲੈ ਕੇ, ਹੋਰ ਚੀਜ਼ਾਂ ਲੈ ਕੇ, 100 ਆਈਟਮ ਲੈ ਕੇ ਖੜ੍ਹੇ ਹੁੰਦੇ ਨੇ ਸਵਾਗਤ ਕਰਨ ਵਾਸਤੇ। ਪ੍ਰਤੀਕ ਹੈ ਵੀ ਬੜੀ ਸੇਵਾ ਭਾਵਨਾ ਨਾਲ ਦੇਖੋ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਹਾਂ। ਤੁਸੀਂ ਆਏ ਬਾਅਦ 'ਚੋਂ, ਪਹਿਲਾਂ ਪਾਣੀ ਤੁਹਾਨੂੰ ਪਹਿਲਾਂ ਪੇਸ਼ ਹੋ ਗਿਆ। ਭਗਤ ਕਬੀਰ ਸਾਹਿਬ ਜੀ ਆਖਣ ਲੱਗੇ, ਕਹਿੰਦੇ ਇਹ ਜਿਹੜਾ ਮਨ ਸੀ ਇਹ ਹੁਣ ਇਸਦਾ ਐਸਾ ਸੁਭਾਅ ਬਣ ਗਿਆ ਕਿ ਇਸ ਨੇ ਉਹ ਨਿਰਦਇਤਾ ਵਾਲਾ ਸੁਭਾਅ ਛੱਡ ਕੇ ਨਾ ਹੁਣ ਸੇਵਾ ਵਾਲੇ ਸੁਭਾਅ ਨੂੰ ਅਪਣਾ ਲਿਆ ਹੈ। ਤੇ ਕੀਸ ਗਲੋਰੇ ਲਿਆਵੇ। ਕੀਸ ਕਹਿੰਦੇ ਨੇ ਛਛੁੰਦਰ ਨੂੰ। ਮਨ ਦਾ ਕੀਸ ਵਾਲਾ ਸੁਭਾਅ, ਤ੍ਰਿਸ਼ਨਾ ਵਾਲਾ ਸੁਭਾਅ। ਵੈਸੇ ਇਹ ਸਾਰੀਆਂ ਉਦਾਹਰਨਾਂ ਪੰਛੀਆਂ ਤੋਂ ਲਈਆਂ, ਪਸ਼ੂਆਂ ਤੋਂ ਲਈਆਂ ਗਈਆਂ, ਪਰ ਉਹ ਪਸ਼ੂ ਬਿਰਤੀ ਨੂੰ ਕਿਵੇਂ ਇਨਸਾਨੀ ਬਿਰਤੀ ਵਿੱਚ ਤਬਦੀਲ ਕੀਤਾ, ਇਹ ਗੱਲ ਦੀ ਵਿਆਖਿਆ ਕਰ ਰਹੇ ਹਨ ਕਿ ਉਹ ਬਿਰਤੀ ਹੁਣ ਮੇਰੀ ਪਸ਼ੂ ਵਾਲੀ ਬਿਰਤੀ ਚਲੀ ਗਈ। ਗੁਰੂ ਦੀ ਸੰਗਤ ਕਰਕੇ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਗਿਆਨਵਾਨ ਮਨੁੱਖਾਂ ਦੇ ਕੋਲ ਬੈਠ ਕੇ ਹੁਣ ਮੇਰਾ ਜੀਵਨ ਤਬਦੀਲ ਹੋ ਗਿਆ ਹੈ। ਕਹਿਣ ਲੱਗੇ ਨੇ ਇਹ ਜਿਹੜੀ ਤ੍ਰਿਸ਼ਨਾ ਸੀ ਨਾ, ਕਹਿੰਦੇ ਇਹ ਤ੍ਰਿਸ਼ਨਾ ਹੁਣ ਮਨ ਨੇ ਛੱਡ ਦਿੱਤੀ ਹੈ ਤੇ ਹੁਣ ਹੋਰਨਾਂ ਦੀ ਸੇਵਾ ਵਿੱਚ ਲੱਗਿਆ ਹੈ। ਫਿਰ ਕਹਿਣ ਲੱਗੇ ਘਰ ਘਰ ਮੁਸਰੀ ਮੰਗਲ ਗਾਵਹਿ। ਇੱਥੇ ਮੁਸਰੀ ਅੱਖਰ ਆਇਆ ਨਾਲ ਮੰਗਲ ਗਾਵਹਿ। ਗਾਵਹਿ ਬਹੁ ਵਚਨ ਹੈ। ਮੁਸਰੀ ਦਾ ਅਰਥ ਹੁੰਦੀਆਂ ਚੂਹੀਆਂ। ਇੱਕ ਹੁੰਦੇ ਚੂਹੇ, ਇੱਕ ਹੁੰਦਾ ਚੂਹੀਆਂ ਹੁੰਦੀਆਂ ਜਿਹੜੀਆਂ ਫੀਮੇਲ ਹੁੰਦੀਆਂ। ਇੱਥੇ ਮੁਸਰੀ ਦਾ ਅਰਥ ਉਹਦੇ ਨਾਲ ਲਿਆ ਗਿਆ। ਆਖਣ ਲੱਗੇ ਕਹਿੰਦੇ ਘਰ ਘਰ ਮੁਸਰੀ ਮੰਗਲ ਗਾਵਹਿ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਜਿਹੜੀ ਸਾਰੀਆਂ ਇੰਦਰੀਆਂ ਨੇ ਚੂਹੀਆਂ ਦੀ ਨਿਆਈ ਨੇ। ਜ਼ਿਆਦਾ ਨੁਕਸਾਨ ਕਰਦੀਆਂ ਨਾ ਚੂਹੀਆਂ, ਚੂਹੇ ਨਾਲੋਂ ਵੀ, ਕਿਉਂਕਿ ਛੋਟੀਆਂ ਹੁੰਦੀਆਂ ਨੇ, ਕਿਤੇ ਵੀ ਅੰਦਰ ਜਾ ਕੇ ਕੱਪੜੇ ਵੜ ਦਿੰਦੀਆਂ ਨੇ, ਬਹੁਤ ਸਾਰਾ ਨੁਕਸਾਨ ਕਰ ਦਿੰਦੀਆਂ ਨੇ। ਇਹ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਜੀਵਨ ਦਾ ਬਹੁਤ ਨੁਕਸਾਨ ਕਰ ਰਹੀਆਂ ਸਨ, ਜੀਵਨ ਦੇ ਸ਼ੁਭ ਕਰਮਾਂ ਨੂੰ ਵੱਢ ਰਹੀਆਂ ਸਨ। ਤੇ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਇਹ ਜਿਹੜਾ ਸੁਭਾਅ ਸੀ ਨਾ ਇਹ ਤਬਦੀਲ ਹੋ ਗਿਆ। ਘਰ ਘਰ ਮੁਸਰੀ ਮੰਗਲ ਗਾਵੈ। ਪਾਓ ਕਿ ਸਾਰੀਆਂ ਇੰਦਰੀਆਂ ਆਪਣੇ ਆਪਣੇ ਗੋਲਕ ਸਥਾਨਾਂ ਵਿੱਚ ਰਹਿ ਕੇ ਹਰੀ ਜਸ ਰੂਪ ਮੰਗਲ ਗਾ ਰਹੀਆਂ ਹਨ। ਹੁਣ ਅੱਖਾਂ ਪਹਿਲਾਂ ਪਰਾਇਆ ਰੂਪ ਤੱਕਦੀਆਂ ਸਨ ਤੇ ਹੁਣ ਬਿਰਤੀ ਚੇਂਜ ਹੋ ਗਈ। ਹੁਣ ਸਮਝ ਆ ਗਈ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਹਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਹਿਲਾਂ ਇਹ ਜਿਹੜੀ ਰਸਨਾ ਸੀ ਇਹ ਹੋਰ ਰਸਾਂ ਵਿੱਚ ਲੱਗੀ ਹੋਈ ਸੀ, ਪਰ ਇਸ ਨੇ ਅੰਨ ਰਸ ਛੱਡ ਦਿੱਤੇ ਹਨ। ਕੰਨ ਜਿਹੜੇ ਸੀ ਉਹ ਬਾਣੀ ਸੁਣਨ ਵਾਸਤੇ ਲਾਏ ਸੀ, ਪਰ ਇਹ ਨੰਦਾ ਚੁਗਲੀ ਸੁਣਨ 'ਚ ਲੱਗੇ ਹੋਏ ਸੀ। ਇਹ ਇੰਦਰੀਆਂ ਇਸ ਪਾਸੋਂ ਹੁਣ ਹਟ ਗਈਆਂ, ਇਹ ਕਹਿਣਾ ਚਾਹੁੰਦੇ ਨੇ। ਹੁਣ ਇਹ ਕੰਨਾਂ ਦੇ ਰਾਹੀਂ ਪਰਮਾਤਮਾ ਦੀ ਸਿਫਤ ਸੁਣੀ ਜਾਂਦੀ ਹੈ। ਅੱਖਾਂ ਜਿਹੜੀਆਂ ਬਾਣੀ ਦੇਖ ਕੇ ਪਰਮਾਤਮਾ ਦੀਆਂ ਸਿਫਤਾਂ ਕਰਦੀਆਂ, ਰਸਨਾ ਪਰਮਾਤਮਾ ਦੇ ਜਸ ਗਾਉਂਦੀ ਹੈ। ਕਬੀਰ ਸਾਹਿਬ ਕਹਿੰਦੇ ਇਹ ਇੰਦਰੀਆਂ ਰੂਪੀ ਜਿਹੜੀਆਂ ਚੂਹੀਆਂ ਸਨ ਹੁਣ ਇਹ ਪਰਮਾਤਮਾ ਦੀ ਸਿਫਤ ਖੁਸ਼ੀ ਦੇ ਗੀਤ ਗਾਉਣ ਲੱਗ ਪਈਆਂ ਹਨ। ਆਓ ਕਿ ਇਹ ਚੂਹੀ ਵਾਲਾ ਸੁਭਾਅ ਮੇਰਾ ਚੇਂਜ ਹੋ ਗਿਆ ਹੈ। ਕਛਵਾ ਸ਼ੰਖ ਵਜਾਵੇ। ਆਖਣ ਲੱਗੇ ਉਹੀ ਮਨ ਜੋ ਪਹਿਲਾਂ ਕੱਛੂ ਕੁੰਭਾ ਸੀ ਔਰ ਜੋ ਪਹਿਲਾਂ ਸਤਸੰਗਤ ਤੋਂ ਦੂਰ ਭੱਜਦਾ ਸੀ। ਇੱਥੇ ਇਸ ਸ਼ਬਦ ਵਿੱਚ ਕੱਛੂ ਦੀ ਉਦਾਹਰਨਾਂ ਦੋ ਆਈਆਂ। ਇੱਕ ਕੱਛੂ ਦੀ ਉਦਾਹਰਨ ਆਏਗੀ ਜਿਹੜਾ ਪਾਣੀ ਵਿੱਚ ਰਹਿੰਦਾ ਹੈ, ਇੱਕ ਹੈ ਜਿਹੜਾ ਪਾਣੀ ਤੋਂ ਭੱਜਦਾ ਹੈ। ਇੱਕ ਪਾਣੀ 'ਚ ਨਹੀਂ ਰਹਿੰਦਾ, ਇੱਕ ਰਹਿੰਦਾ ਹੀ ਪਾਣੀ ਵਿੱਚ ਹੈ। ਇੱਥੇ ਪਾਣੀ ਤੋਂ ਭੱਜਣ ਵਾਲਾ ਕੱਛੂ ਕੁੰਮੇ ਦੀ ਗੱਲ ਕੀਤੀ ਜਾ ਰਹੀ। ਕਹਿੰਦੇ ਉਹ ਪਾਣੀ ਤੋਂ ਭੱਜਦਾ ਸੀ, ਦੂਰ ਜਾਂਦਾ ਸੀ,
ਭਾਵ ਕਿ ਜਿਹੜਾ ਮਨ ਸਤਸੰਗਤ ਤੋਂ ਭਜਦਾ ਸੀ, ਹੁਣ ਉਹ ਕਹਿੰਦੇ ਹੋਰਨਾਂ ਨੂੰ ਉਪਦੇਸ਼ ਦੇਣ ਲੱਗ ਪਿਆ ਹੈ। ਉਹ ਸ਼ੰਖ ਵਜਾਉਣ ਲੱਗ ਪਿਆ ਹੈ। ਸ਼ੰਖ ਦਾ ਅਰਥ ਹੈ ਉੱਚੀ ਉੱਚੀ ਬੋਲਣਾ, ਲੋਕਾਂ ਨੂੰ ਦੱਸਣਾ। ਇੱਕ ਤਾਂ ਜਦੋਂ ਬੰਦਗੀ ਬਾਰੇ ਕਿਹਾ ਕਬੀਰ ਸਾਹਿਬ ਨੇ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ। ਇੱਕ ਤਾਂ ਇਹ ਗੱਲ ਹੈ। ਇੱਕ ਗੱਲ ਹੈ ਕਿ ਕੂਕਣਾ, ਫਰਿੰਦਾ ਕੂਕੇਂਦੀਆਂ ਚਾਂਗੇਂਦੀਆਂ ਮਤੀ ਦੇਂਦੀਆਂ ਨਿਤ, ਜੋ ਸ਼ੈਤਾਨ ਵਜਾਇਆ ਸਿਰ ਕਿਤ ਫੇਰਨ ਚਿੱਤ। ਜਿਹੜਾ ਸ਼ੈਤਾਨ ਹੈ ਉਹ ਆਪਣੇ ਚਿੱਤ ਨੂੰ ਫੇਰਦਾ ਨਹੀਂ ਹੈ। ਮੈਂ ਤਾਂ ਬੜਾ ਕੂਕ ਕੇ ਵੇਖ ਲਿਆ, ਉੱਚਾ ਉੱਚਾ ਬੋਲ ਕੇ ਵੇਖ ਲਿਆ, ਕਹਿ ਕੇ ਵੇਖ ਲਿਆ। ਅਸੀਂ ਕਹਿੰਦੇ ਨਹੀਂ ਆਪਣੇ ਬੱਚਿਆਂ ਨੂੰ ਵੀ ਬੜਾ ਰੌਲਾ ਪਾ ਕੇ ਵੇਖ ਲਿਆ, ਤੁਸੀਂ ਨਹੀਂ ਸੁਣਦੇ। ਅਸੀਂ ਤਾਂ ਬੜਾ ਰੌਲਾ ਪਾਉਂਦੇ ਤੁਹਾਡੇ ਪਿੱਛੇ, ਤੁਹਾਨੂੰ ਗੱਲ ਸਮਝ ਨਹੀਂ ਆਉਂਦੀ। ਕਬੀਰ ਸਾਹਿਬ ਕਹਿੰਦੇ ਇਹ ਸੁਭਾਅ ਜਿਹੜਾ ਸੀ ਨਾ, ਇਹ ਹੁਣ ਚੇਂਜ ਹੋ ਗਿਆ। ਇਹ ਸੁਭਾਅ ਜਿਹੜਾ ਹੈ ਉਹ ਬਦਲ ਗਿਆ ਹੈ। ਫਿਰ ਕਹਿਣ ਲੱਗੇ, ਬੰਸ ਕੋ ਪੂਤ ਬਿਹਾਨ ਚਲਿਆ ਸੋਨੇ ਮੰਡਪ ਛਾਏ। ਬੰਸ ਕੋ ਪੂਤ, ਬੰਸ ਦਾ ਅਰਥ ਹੈ ਇੱਥੇ ਬਾਂਝ। ਕਹਿੰਦੇ ਬਾਂਝ ਇਸਤਰੀ ਦਾ ਪੁੱਤਰ, ਭਾਵ ਕਿ ਮਾਇਆ ਦਾ ਪੁੱਤਰ, ਮਾਇਆ ਵੇੜਿਆ ਮਨ, ਜਿਹੜਾ ਹਰ ਵੇਲੇ ਮਾਇਆ ਵਿੱਚ ਹੀ ਲੱਗਿਆ ਰਹਿੰਦਾ ਸੀ। ਕਿਉਂਕਿ ਆਮ ਤੌਰ ਤੋਂ ਗੁਰਬਾਣੀ ਵਿੱਚ ਜੀਵ ਨੂੰ ਇਸਤਰੀ ਭਾਵ ਦੇ ਵਿੱਚ ਦੱਸਿਆ ਗਿਆ। ਜਦੋਂ ਜੀਵ ਆਤਮਾ ਦੀ ਗੱਲ ਕੀਤੀ ਨਾ, ਭਾਵੇਂ ਉਹ ਮੇਲ ਹੈ ਭਾਵੇਂ ਫੀਮੇਲ ਹੈ, ਪਰ ਜਦੋਂ ਰੱਬ ਨਾਲ ਜੁੜਨ ਦੀ ਗੱਲ ਬਾਣੀ ਵਿੱਚ ਆਈ ਤੇ ਜ਼ਿਆਦਾਤਰ ਉਦਾਹਰਨਾਂ ਫੀਮੇਲ ਕਰਕੇ ਦਿੱਤੀਆਂ ਗਈਆਂ। ਜੀਵ ਨੂੰ ਜੀਵ ਆਤਮਾ ਕਰਕੇ ਲਿਖਿਆ ਗਿਆ ਇਸਤਰੀ ਦੇ ਰੂਪ ਦੇ ਵਿੱਚ। ਇਸ ਤੁਕ ਦੇ ਵਿੱਚ ਵੀ ਵੰਸ਼ ਕੋ ਪੂਤ ਵਿਹਾਨ ਚਲਿਆ, ਆਓ ਕਿ ਜਿਹੜਾ ਇਹ ਮਨ ਸੀ ਨਾ, ਇਹ ਮਾਇਆ ਦਾ ਜਿਹੜਾ ਪੁੱਤਰ ਸੀ, ਇਹ ਬਾਂਝ ਇਸਤਰੀ ਦਾ ਪੁੱਤਰ ਕਹਿ ਰਹੇ ਨੇ ਕਬੀਰ ਸਾਹਿਬ। ਇਹ ਖਿਆਲ ਇੱਕ ਸਾਡੇ ਸਾਹਮਣੇ ਰੱਖ ਰਹੇ ਨੇ। ਕੁਦਰਤ ਦੇ ਨੇਮ ਅਨੁਸਾਰ ਮਾਇਆ ਪੁੱਤਰ ਨਹੀਂ ਜੰਮਦੀ, ਇਸ ਕਰਕੇ ਬਾਂਝ ਇਸਤਰੀ ਕਹਿ ਰਹੇ ਨੇ। ਮਾਇਆ ਪੁੱਤਰ ਨਹੀਂ ਜੰਮਦੀ, ਜੁਗਤੀ ਨਾਲ ਜੰਮਦੀ ਹੈ। ਜਿਵੇਂ ਗੁਰਬਾਣੀ ਵਿੱਚ ਆਇਆ, ਪੰਚ ਪੂਤ ਜਨੇ ਇੱਕ ਮਾਏ, ਉਤਪੁਜ ਖੇਲ ਕਰ ਜਗਤ ਬਿਹਾਏ, ਤੀਨ ਗੁਣਾ ਕੈ ਸੰਗ ਰਚ ਰਸੇ, ਇਨਕੋ ਛੋੜ ਉਪਰ ਜਨ ਵਸੇ। ਮਾਇਆ ਜੁਗਤ ਨਾਲ ਕੰਮ ਕਰਦੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਸ ਕਰਕੇ ਕਬੀਰ ਸਾਹਿਬ ਇੱਥੇ ਬਾਂਝ ਕਹਿ ਰਹੇ ਨੇ, ਭਾਵ ਕਿ ਮਾਇਆ ਵੇੜਿਆ ਮਨ ਜਿਹੜਾ ਸੀ। ਇਸ ਕਰਕੇ ਕਬੀਰ ਸਾਹਿਬ ਨੇ ਇਹ ਵੀ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦੇ ਨੇ, ਕਹਿੰਦੇ ਪਹਿਲੀ ਕੁਰੂਪ ਕੁਜਾਤ ਕੁਲਖਣੀ ਸਾਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਧਰੀ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਕਹਿੰਦੇ ਜੁਗ ਜੁਗ ਜੀਵੋ ਮੇਰੀ ਅਵਕੀ ਬਰੀ। ਇਹਦਾ ਅਰਥ ਕੀ ਹੈ? ਇਹਦਾ ਅਰਥ ਬੜਾ ਸਪਸ਼ਟ ਹੈ। ਉਹ ਕਹਿੰਦੇ ਜਿਹੜੀ ਪਹਿਲੀ ਮਤ ਸੀ ਨਾ, ਮਤ ਰੂਪੀ ਇਸਤਰੀ ਸੀ, ਕਹਿੰਦੇ ਉਹ ਬੜੀ ਭੈੜੀ ਸੀ, ਬੜੇ ਔਗੁਣ ਸਨ, ਬੜੀਆਂ ਬੁਰਾਈਆਂ ਸਨ। ਅਤੇ ਹੁਣ ਜਿਹਦੇ ਨਾਲ ਮੇਰਾ ਵਿਆਹ ਹੋਇਆ ਉਹ ਬੜੀ ਚੰਗੀ ਹੈ, ਸ਼ੁਭ ਗੁਣਾਂ ਵਾਲੀ ਹੈ। ਕਿਉਂਕਿ ਹੁਣ ਮੇਰੀ ਮਤ ਚੇਂਜ ਹੋ ਗਈ ਹੈ, ਚੰਗੀ ਗੁਣਾਂ ਵਾਲੀ ਮਤ ਮੈਨੂੰ ਮਿਲ ਗਈ, ਉਹਦੇ ਨਾਲ ਮੇਰਾ ਵਿਆਹ ਹੋ ਗਿਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਰਾਹੀਂ ਉਸ ਦ੍ਰਿਸ਼ ਨੂੰ ਸਾਹਮਣੇ ਰੱਖਦੇ ਹਨ ਕਿ ਜਦੋਂ ਕੋਈ ਪੁੱਤ ਨੂੰ ਵਿਆਹਣ ਵਾਸਤੇ ਜਾਂਦਾ ਹੈ ਤਾਂ ਉੱਥੇ ਸੋਨੇ ਮੰਡਪ ਛਾਏ। ਤੁਸੀਂ ਦੇਖੋ ਨਾ ਕਿ ਮੰਡਪ ਦਾ ਅਰਥ ਹੈ ਸੋਨੇ ਦੇ ਸਮਿਆਨੇ ਤਣੇ ਹੁੰਦੇ ਨੇ, ਦੁਆਰ ਦੇ ਉੱਤੇ ਬੜਾ ਚਾਨਣ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਆਖਣ ਲੱਗੇ ਜਿਹੜਾ ਪਹਿਲਾ ਮਾਇਆ ਵਿੱਚ ਵੇੜਿਆ ਹੋਇਆ ਮਨ ਸੀ ਨਾ, ਇਹ ਹੁਣ ਮਨ ਸਵੱਛ ਬਿਰਤੀ ਨੂੰ ਵਿਹਾਣ ਤੁਰ ਪਿਆ ਹੈ, ਸੋਨੇ ਵਰਗੀ ਬਿਰਤੀ ਨੂੰ। ਗੁਰਬਾਣੀ ਵਿੱਚ ਦੋ ਸ਼ਬਦ ਆਏ। ਇੱਕ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਆਖਿਆ ਕਿ ਤੇਰਾ ਜੀਵਨ ਸੋਨੇ ਵਰਗਾ ਪਵਿੱਤਰ ਹੋਣਾ ਚਾਹੀਦਾ ਹੈ, ਸੋਨੇ ਵਰਗਾ ਪਵਿੱਤਰ। ਕਿਉਂਕਿ ਸੋਨੇ ਨੂੰ ਪਵਿੱਤਰ ਸਮਝਿਆ ਜਾਂਦਾ ਹੈ, ਨਿਰਮਲ ਸਮਝਿਆ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇੱਥੇ ਗੱਲ ਦੱਸਣਾ ਚਾਹੁੰਦੇ ਨੇ ਕਿ ਇਹ ਜਿਹੜਾ ਮਾਇਆ ਵੇੜਿਆ ਮਨ ਸੀ, ਜਿਹੜਾ ਕਿ ਮਾਇਆ ਵਿੱਚ ਹੀ ਲੱਗਿਆ ਰਹਿੰਦਾ ਸੀ, ਮਾਇਆ ਨਾਲ ਹੀ ਜੁੜਿਆ ਰਹਿੰਦਾ ਸੀ, ਕਹਿੰਦੇ ਹੁਣ ਸਵੱਛ ਬਿਰਤੀ ਨੂੰ ਬਿਆਨ ਵਾਸਤੇ ਤੁਰ ਪਿਆ ਹੈ।
ਪਾਓ ਕਿ ਅੰਦਰ ਹੁਣ ਖਿੜਾਓ ਹੀ ਖਿੜਾਓ ਬਣ ਗਿਆ ਹੈ, ਹੁਣ ਅੰਦਰ ਖੇੜੇ ਵਿੱਚ ਰਹਿੰਦਾ ਹੈ। ਬੰਸ ਕੋ ਪੂਤ ਵਿਹਾਨ ਚੱਲਿਆ, ਸੋਨੇ ਮੰਡਪ ਛਾਏ, ਰੂਪ ਕੰਨਿਆ ਸੁੰਦਰ ਵੇਦੀ, ਸਤਸੈ ਸਿੰਘ ਗੁਣ ਗਾਏ। ਹੁਣ ਇਹ ਜਿਹੜੀ ਰੂਪ ਕੰਨਿਆ ਪਾਓ ਕਿ ਸਵੱਛ ਬਿਰਤੀ, ਸਭ ਤੋਂ ਸੁੰਦਰ ਕੰਨਿਆ ਸਾਡੇ ਜੀਵਨ ਦੀ, ਜਿਸ ਦੇ ਨਾਲ ਅਸੀਂ ਆਪਣੇ ਮਨ ਨੂੰ ਬਰਾਨਾ ਵਿਆਹ ਕਰਨਾ ਹੈ, ਉਹ ਹੈ ਸਵੱਛ ਬਿਰਤੀ। ਨਿਰਮਲ ਬਿਰਤੀ ਦੇ ਨਾਲ, ਨਿਰਮਲ ਵਿਚਾਰਾਂ ਦੇ ਨਾਲ, ਨਿਰਮਲ ਸਿਧਾਂਤ ਦੇ ਨਾਲ, ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਦੇ ਨਾਲ ਆਪਣੇ ਮਨ ਨੂੰ, ਆਪਣੀ ਮਤ ਨੂੰ ਜੋੜਨਾ ਹੈ। ਆਓ ਕਹਿਣ ਲੱਗੇ, ਕਹਿੰਦੇ ਮਨ ਨੇ ਹਰੀ ਨਾਲ ਜੁੜੀ ਹੋਈ ਉਹ ਬਿਰਤੀ ਰੂਪ ਸੁੰਦਰ ਇਸਤਰੀ ਵਿਆਹ ਲਈ ਹੈ, ਜੋ ਵਿਕਾਰਾਂ ਵੱਲੋਂ ਕੁਆਰੀ ਸੀ। ਜਿਵੇਂ ਤੁਸੀਂ ਪੜ੍ਹਦੇ ਹੋ, ਮੁੰਦਾਂ ਸੰਤੋਖ ਸਰਮਪਦ ਝੋਲੀ, ਧਿਆਨ ਕੀ ਕਰਾਂ ਵਿਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਇਹਦਾ ਵਿਸਰਾਮ ਵੀ ਅਸੀਂ ਕਈ ਵਾਰੀ ਗੱਲ ਲਾਉਂਦੇ ਹਾਂ। ਖਿੰਤਾ ਕਾਲ ਕੁਆਰੀ ਕਾਇਆ ਜੁਗਤ, ਕੁਆਰੀ ਕਾਇਆ ਦਾ ਅਰਥ ਹੈ ਵਿਕਾਰਾਂ ਨਾਲੋਂ ਬਚੀ ਹੋਈ ਜਿਹੜੀ ਸਾਡੀ ਬਿਰਤੀ ਹੈ, ਜਿਹੜੀ ਵਿਕਾਰਾਂ ਵਿੱਚ ਨਹੀਂ ਪਈ। ਅਸੀਂ ਆਪਣੇ ਮਨ ਨੂੰ ਇਹਨਾਂ ਵਿਕਾਰਾਂ 'ਚੋਂ ਬਚਾਉਣਾ ਹੈ। ਅਤੇ ਭਗਤ ਕਬੀਰ ਸਾਹਿਬ ਆਖਣ ਲੱਗੇ, ਕਹਿੰਦੇ ਹੁਣ ਕਿਰਪਾ ਹੋ ਗਈ, ਕਹਿੰਦੇ ਇਹ ਵਿਕਾਰਾਂ ਵੱਲੋਂ ਜਿਹੜੀ ਕੁਆਰੀ ਸੀ ਮੇਰੀ ਮਤ, ਮੇਰੀ ਅੰਦਰ ਦੀ ਜਿਹੜੀ ਸਵੱਛ ਬਿਰਤੀ, ਉਸ ਦੇ ਨਾਲ ਮੇਰਾ ਮਨ ਜਿਹੜਾ ਹੈ ਉਹ ਹੁਣ ਜੁੜ ਗਿਆ ਹੈ। ਪਾਓ ਕਿ ਪਹਿਲਾਂ ਵਿਕਾਰਾਂ ਵਿੱਚ ਪੈਣ ਦੇ ਕਾਰਨ ਸਹਿਮਿਆ ਹੋਇਆ ਸੀ, ਅਤੇ ਹੁਣ ਇਹ ਡਰ ਜਿਹੜਾ ਹੈ ਉਹ ਖਤਮ ਹੋ ਗਿਆ, ਇਹ ਨਿਰਭਉ ਹੋ ਗਿਆ। ਸੱਸੈ ਸਿੰਘ ਗੁਣ ਗਾਏ। ਸੱਸੈ ਕਹਿੰਦੇ ਨੇ ਸਹੇ ਨੂੰ, ਸਹਿਆ ਕਹਿੰਦੇ ਨੇ ਜਿਹੜਾ ਕਿ ਖਰਗੋਸ਼ ਹੁੰਦਾ, ਉਹਨੂੰ ਸਹਿਆ ਕਹਿੰਦੇ ਨੇ। ਉਹ ਡਰਿਆ ਹੁੰਦਾ, ਕੋਈ ਬੰਦਾ ਨੇੜੇ ਆ ਜਾਏ ਨਾ, ਉਹ ਇਕੱਠਾ ਹੋ ਜਾਂਦਾ। ਇਸ ਤਰ੍ਹਾਂ ਮਨੁੱਖ ਸਹਿਮਿਆ ਹੋਇਆ ਸੀ। ਮਨੁੱਖੀ ਮਨ ਜਿਹੜਾ ਸੀ ਵਿਕਾਰਾਂ ਕਰਕੇ, ਬੁਰਾਈਆਂ ਕਰਕੇ। ਸਾਨੂੰ ਡਰ ਕਦੋਂ ਲੱਗਦਾ? ਗੁਰਬਾਣੀ ਕਹਿੰਦੀ ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ। ਡਰਦੇ ਕਦੋਂ ਹੈ? ਕਦੋਂ ਇਕੱਠੇ ਹੁੰਦੇ ਹਾਂ? ਜਦੋਂ ਪਾਪ ਕਰਦੇ ਹਾਂ, ਕਿਸੇ ਨੂੰ ਪਤਾ ਨਾ ਚੱਲ ਜਾਏ। ਡਰਦੇ ਰਹਿੰਦੇ ਹਾਂ, ਸਹਿਮ 'ਚ ਰਹਿੰਦੇ ਹਾਂ, ਕਿਸੇ ਨੂੰ ਪਤਾ ਲੱਗ ਗਿਆ ਫਿਰ। ਹੋਰ ਕੋਈ ਕਾਰਨ ਨਹੀਂ ਹੈ ਸਾਡੇ ਜੀਵਨ 'ਚ। ਸਾਨੂੰ ਕੋਈ ਨਹੀਂ ਡਰਾ ਸਕਦਾ, ਸਾਨੂੰ ਸਾਡੇ ਪਾਪ, ਸਾਡੀਆਂ ਬੁਰਾਈਆਂ ਡਰਾਉਂਦੀਆਂ। ਇਸ ਕਰਕੇ ਕਹਿੰਦੇ ਉਹ ਜਿਹੜਾ ਸੱਸੇ ਵਰਗਾ ਖਰਗੋਸ਼ ਵਾਲੀ ਜਿਹੜੀ ਬਿਰਤੀ ਸੀ, ਸਹੇ ਵਰਗੀ ਜਿਹੜੀ ਬਿਰਤੀ ਸੀ, ਉਹ ਜਿਹੜਾ ਡਰਿਆ ਹੋਇਆ ਸਹਿਮਿਆ ਰਹਿੰਦਾ ਸੀ, ਕਹਿੰਦੇ ਹੁਣ ਉਹ ਨਿਰਭਉ ਹਰੀ ਦੇ ਗੁਣ ਗਾਉਣ ਲੱਗ ਪਈ ਹੈ। ਅਤੇ ਫਿਰ ਕਹਿਣ ਲੱਗੇ, ਕਹਿੰਦੇ ਕਹਿਤ ਕਬੀਰ ਸੁਨੋ ਰੇ ਸੰਤੋ, ਕੀਰਤੀ ਪਰਵਤ ਖਾਇਆ। ਕਬੀਰ ਸਾਹਿਬ ਇੱਥੇ ਸਮਝਾਉਣ ਲੱਗੇ, ਹੇ ਸੰਤ ਜਨੋ ਸੁਣੋ, ਕਹਿੰਦੇ ਹੁਣ ਮਨ ਦੀ ਨਿਮਰਤਾ ਰੂਪੀ ਕੀੜੀ ਨੇ ਹੰਕਾਰ ਰੂਪੀ ਪਹਾੜ ਨੂੰ ਖਾ ਲਿਆ। ਪਾਓ ਕਿ ਇੱਥੇ ਜਿਹੜੀ ਕੀਟੀ ਹੈ ਉਹ ਨਿਮਰਤਾ ਦਾ ਪ੍ਰਤੀਕ ਹੈ, ਪਹਾੜ ਜਿਹੜਾ ਹੰਕਾਰ ਦਾ ਪ੍ਰਤੀਕ ਹੈ। ਕਹਿੰਦੇ ਇਸ ਕੀੜੀ ਨੇ ਹੰਕਾਰ ਨੂੰ ਮੁਕਾ ਦਿੱਤਾ ਹੈ, ਹੰਕਾਰ ਨੂੰ ਖਾ ਲਿਆ ਹੈ। ਅਤੇ ਕਛਵਾ ਕਹਿ ਅੰਗਾਰ ਪਹਿਲੋਰੋ, ਲੋਕੀ ਸਭ ਸੁਣਾਇਆ। ਲੋਕੀ ਦਾ ਅਰਥ ਹੁੰਦਾ ਗੁੱਤੀ, ਜੋ ਹਨੇਰੇ ਵਿੱਚ ਰਹਿੰਦੀ ਹੈ, ਡੰਗ ਮਾਰਦੀ ਹੈ। ਮਨ ਦੀ ਅਗਿਆਨਤਾ ਜੋ ਜੀਵ ਨੂੰ ਹਨੇਰੇ ਵਿੱਚ ਰੱਖਦੀ ਹੈ, ਦੁੱਖ ਦਿੰਦੀ ਹੈ, ਉਹ ਵਾਲੀ ਜਿਹੜੀ ਬਿਰਤੀ ਲੋਕੀ ਇਹ ਹਨੇਰੇ ਵਿੱਚ ਰਹਿੰਦੀ ਹੈ, ਇਹ ਡੰਗ ਮਾਰਦੀ ਲੋਕਾਂ ਨੂੰ। ਇੱਕ ਜਾਨਵਰ ਹੈ। ਕਬੀਰ ਸਾਹਿਬ ਕਹਿੰਦੇ ਕਛਵਾ ਕਹਿ ਅੰਗਾਰ ਬਿਲੋਰੋ, ਲੋਕੀ ਸਭ ਸੁਣਾਇਆ। ਕਛਵਾ ਦਾ ਅਰਥ ਇੱਥੇ ਕਹਿ ਰਹੇ ਨੇ ਕਿ ਜਿਹੜਾ ਮਨ ਦਾ ਕੋਰਾਪਣ ਸੀ ਨਾ, ਉਹ ਹੁਣ ਦੂਰ ਹੋ ਗਿਆ ਹੈ। ਹੁਣ ਇਹ ਨਿੱਘ ਚਾਹੁੰਦਾ ਹੈ। ਪਾਓ ਕਿ ਹੁਣ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਨਵਾਨ ਹੈ ਕਿ ਮੇਰੇ ਅੰਦਰ ਵੀ ਇਨਸਾਨੀ ਗੁਣ ਆਉਣ, ਮੈਂ ਵੀ ਮਨੁੱਖਤਾ ਦੀ ਸੇਵਾ ਕਰਾਂ, ਇਨਸਾਨੀਅਤ ਕਮਾਵਾਂ। ਜਿਹੜਾ ਪਹਿਲਾਂ ਇਹ ਹੋਰ ਪਾਸੇ ਦੌੜਦਾ ਰਹਿੰਦਾ ਸੀ, ਜਿਹੜਾ ਕਿ ਇਹ ਸਤਸੰਗਤ ਤੋਂ ਭੱਜਦਾ ਸੀ, ਅਤੇ ਹੁਣ ਇਹ ਕੀ ਚਾਹੁੰਦਾ? ਇਹ ਗੁਣ ਇਕੱਠੇ ਕਰਨਾ ਚਾਹੁੰਦਾ ਹੈ। ਅਤੇ ਲੋਕੀ ਸਭ ਸੁਣਾਇਆ। ਅਤੇ ਜਿਹੜੇ ਮਨ ਦੀ ਅਗਿਆਨਤਾ ਉਲਟ ਕੇ, ਜਿਹੜੀ ਲੋਕੀ ਜਿਵੇਂ ਗੱਲ ਕੀਤੀ ਵੀ ਉਹ ਹਨੇਰੇ 'ਚ ਰਹਿੰਦੀ ਹੈ, ਡੰਗ ਮਾਰਦੀ ਹੈ, ਦੁੱਖ ਦਿੰਦੀ ਹੈ, ਇਸ ਤਰ੍ਹਾਂ ਸਾਡੇ ਜਿਹੜੇ ਮਨ ਦੀ ਅਗਿਆਨਤਾ ਹੈ ਇਹ ਸਾਨੂੰ ਹਨੇਰੇ 'ਚ ਰੱਖਦੀ ਹੈ, ਅਤੇ ਉਸ ਕਰਕੇ ਅਸੀਂ ਦੁਖੀ ਹੁੰਦੇ ਹਾਂ। ਕਹਿੰਦੇ ਹੁਣ ਇਹ ਅਗਿਆਨਤਾ ਉਲਟ ਕੇ ਗਿਆਨ ਬਣ ਗਈ, ਅਤੇ ਹੁਣ ਮਨ ਹੋਰਨਾਂ ਨੂੰ ਗੁਰੂ ਦਾ ਸ਼ਬਦ ਸੁਣਾਉਣ ਲੱਗ ਪਿਆ। ਇਹ ਬਿਰਤੀ ਦਾ ਜਨਮ ਹੋ ਗਿਆ। ਸੋ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਰਾਹੀਂ ਮਨੁੱਖ ਨੂੰ ਇਹ ਗੱਲ ਸਮਝਾਈ ਹੈ ਕਿ ਜੇ ਤੂੰ ਸਤਸੰਗਤ ਕਰੇ,
हरि दे गुणां नूं ग्रहण करें, परमात्मा दे चरनां नाल जुड़ें, तां तेरी बिरती जिहड़ी है वो चेंज हो सकती है, तेरा सुभाव चेंज हो सकता है। तू चंगा सुभाव ग्रहण करके चंगा इंसान बन सकदा है। पशुआं तो तू देवता हो सकदा है जे तू गुरु की गल नूं मन के, गुरु के शब्द नाल जुड़ के अपने जीवन नूं सफला करन दा यतन करें। सो गुरु साहब कृपा करन भी ये शब्द, क्योंकि ये शब्द जदों बिरतियां की गल की गई, सुभाव की गल की गई, तो जो अपने अंदर झात मारांगे, अपने अंदर अनुभव करने का यतन करांगे, तो सानू समझ आवे भी किहड़ी किहड़ी बिरती, किहड़ा किहड़ा सुभाव साडा बनया होया है, तो गुरबाणी सानू किहड़े सुभाव नूं बनाउण दी प्रेरणा करदी है। ये इस शब्द दे विच सारी गल लिखी हुई है। गुरु साहब कृपा करन कि असी अपने जीवन विच जिहड़ियां खखड़ियां वर्गा कोड़ा सुभाव नूं छड्ड के पके हुए अंबा वर्गा चंगा सुभाव बना लईए, मिठा स्वाद अपना आप की जिंदगी में भी स्वाद लईए, तो जोड़े साडे नाल जुड़न वो भी स्वाद लैन। चंगा सुभाव होएगा, निघा सुभाव होएगा, जिथे अपने आप की जिंदगी में आनंद आएगा, उत्थे दूजिआं नूं भी आनंद आएगा। अपने जीवन नूं ककड़ियां वांग कोड़ा बना के रखांगे, आप भी दुखी होवांगे, होरनां नूं भी दुखी करांगे। इस करके अपने सुभाव नूं चेंज करन दी लोड़ है, सुभाव नूं बदलन दी लोड़ है। इस गल दे उत्ते कबीर साहब ने इस शब्द उत्ते जोर दिता है। इतने बचन प्रवान विचारदे बेन भुल्ला मेरी झोली च पा जाना, गुरु के वचन हृदय च वसाना। फतेह दी सान करो, आखो जी वाहिगुरू जी का खालसा, वाहिगुरू जी की फतेह।